सारी संगत नूं वाहिगुरू जी का खालसा वाहिगुरू जी की फतेह। श्री गुरु ग्रंथ साहब दे अंग नंबर 301 ते हेठों चौथी पंक्ति है। महला चौथा, श्लोक महला चौथा। मैं मन तन प्रेम पिरम का अठे पहर लगान। मेरे मन मेरे तन च प्यारे दा प्यार है ਅਤੇ अठे पहर वो प्यार ਬਣਿਆ ਰਹਿੰਦਾ। ਜਨ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰ ਸੁਖ ਵਸਨ। हे परमात्मा, हे सतगुरु, ਤੁਸੀਂ ਮੇਰੇ ਤੇ ਕਿਰਪਾ ਕਰੋ ਤਾਂ ਜੋ ਮੈਂ ਸੁਖੀ ਵਸ ਸਕਾਂ। ਮਹਿਲਾ ਚੌਥਾ। ਜਿਨ ਅੰਦਰ ਪ੍ਰੀਤ ਭਰਮ ਕੀ ਜਿਉਂ ਬੋਲਣ ਤਿਵੇਂ ਸੁਹਾਨ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਹੁੰਦਾ ਹੈ ਉਹ ਜਿਵੇਂ ਵੀ ਬੋਲਦੇ ਨੇ ਉਵੇਂ ਹੀ ਸੋਹਣੇ ਲੱਗਦੇ ਨੇ, ਕਿਉਂਕਿ ਪਿਆਰ ਹੈ। ਪਿਆਰ ਦੇ ਵਿੱਚ ਗਲਤ ਬੋਲਿਆ ਹੀ ਨਹੀਂ ਜਾ ਸਕਦਾ। ਜਿੱਥੇ ਪਿਆਰ ਹੋਏਗਾ ਉੱਥੇ ਗਲਤ ਨਹੀਂ ਬੋਲਿਆ ਜਾ ਸਕਦਾ। ਇਸ ਲਈ ਜਿਵੇਂ ਪਿਆਰੇ ਬੋਲਦੇ ਨੇ ਉਸ ਤਰ੍ਹਾਂ ਸੋਹਣੇ ਲੱਗਦੇ ਨੇ। ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪ੍ਰਣ। ਜਿਸ ਨੇ ਪਰਮਾਤਮਾ ਨਾਲ ਪਿਆਰ ਪਾਇਆ ਹੈ ਉਹ ਪਰਮਾਤਮਾ ਆਪੇ ਹੀ ਜਾਣਦਾ ਹੈ, ਕਿਉਂਕਿ ਸਾਡੇ ਅੰਦਰ ਪਰਮਾਤਮਾ ਹੀ ਆਪਣੇ ਨਾਲ ਪਿਆਰ ਦੀ ਭਾਵਨਾ ਪੈਦਾ ਕਰਦਾ ਹੈ। ਜਿਹੋ ਜਿਹੀ ਭਾਵਨਾ ਪੈਦਾ ਕਰ ਦਿੰਦਾ ਹੈ ਸਿਰਫ ਇੰਨੇ ਕੁ ਗੁਰੂ ਰਾਹੀਂ ਕਰਦਾ ਹੈ। ਜਦੋਂ ਅਸੀਂ ਪਹਿਲੀ ਵਾਰੀ ਸਤਸੰਗ 'ਚ ਆਏ ਸਾਨੂੰ ਪਰਮਾਤਮਾ ਨੇ ਸਾਡੇ ਪਿਛਲੇ ਜਨਮਾਂ ਦਾ ਸ਼ੁਭ ਕਰਮ ਵੇਖ ਕੇ ਸਾਨੂੰ ਸਤਸੰਗ 'ਚ ਭੇਜਿਆ। ਅੱਗੇ ਜੋ ਅਸੀਂ ਤਰੱਕੀ ਕੀਤੀ ਇਹ ਗੁਰੂ ਦੀ ਕਿਰਪਾ ਨਾਲ ਕੀਤੀ। ਪਰਮਾਤਮਾ ਦਾ ਕੰਮ ਹੈ ਗੁਰੂ ਦੀ ਸੰਗਤ ਵਿੱਚ ਭੇਜਣਾ। ਅੱਗੇ ਗੁਰੂ ਦਾ ਕੰਮ ਹੈ ਉਸ ਮਨੁੱਖ ਨੂੰ ਦੁਬਾਰਾ ਪਰਮਾਤਮਾ ਨਾਲ ਮਿਲਾਉਣਾ। ਇਸ ਲਈ ਜਿਹਨੇ ਪਿਆਰ ਲਾਇਆ ਨਾ ਜਾਣਦਾ ਵੀ ਉਹੀ ਹੈ। ਪੌੜੀ। ਤੂੰ ਕਰਤਾ ਆਪ ਅਭੁੱਲ ਹੈ। ਤੂੰ ਆ ਗਿਆ ਨਾ। ਤੂੰ ਜਾਂਦਾ ਹੈ, ਤੂੰ ਗਾਉਂਦਾ ਹੈ, ਤੂੰ ਪੜ੍ਹਦਾ ਹੈ। ਤੂੰ ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਹੀਂ। हे परमात्मा, तू तो अभुੱਲ है, तू तो भुੱਲਦਾ ही नहीं हैगा। ਅਸੀਂ तो गलतियाँ करते हैं, परमात्मा गलतियाँ नहीं करता। वो तो अभੁੱਲ है, वो तो भुੱਲਦਾ ही नहीं हैगा। वो गलती करता ही नहीं कोई। वो जो करता ठीक करता है। ਸਿਰਫ ਅਸੀਂ ਉਸ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ। ਅਸੀਂ ਚਾਹੁੰਦੇ ਪਰਮਾਤਮਾ ਉਸ ਤਰ੍ਹਾਂ ਕਰੇ ਜਿਵੇਂ ਅਸੀਂ ਚਾਹੁੰਦੇ ਹਾਂ। ਸਿੱਖ ਗੁਰਦੁਆਰੇ ਜਾਂਦਾ ਉਹ ਚਾਹੁੰਦਾ ਗੁਰੂ ਮਹਾਰਾਜ ਉਵੇਂ ਕਰਨ ਜਿਵੇਂ ਮੈਂ ਕਹਿੰਦਾ। ਇਹੀ ਵੱਡੀ ਭੁੱਲ ਹੈ ਨਾ ਵੀ ਗੁਰੂ ਮਹਾਰਾਜ ਮੇਰੀ ਗੱਲ ਮੰਨਣ। ਮੰਨਣੀ ਹੈ ਸਿੱਖ ਨੂੰ ਗੁਰੂ ਦੀ ਗੱਲ ਮੰਨਣੀ ਚਾਹੀਦੀ ਹੈ। ਪਰ ਅੱਜ 99% ਸਿੱਖ ਆਪਣੀ ਗੱਲ ਮਨਵਾਉਣ ਗੁਰਦੁਆਰੇ ਜਾਂਦੇ। ਗੁਰੂ ਦੀ ਗੱਲ ਤਾਂ ਮੰਨਣੀ ਕੋਈ ਨਹੀਂ ਜਾਂਦਾ। ਸੁਣ ਲੈਂਦੇ 1% ਬੈਠ ਕੇ ਸੁਣ ਲੈਂਦੇ ਨੇ। ਮਨ ਦਾ ਉਹਨਾਂ 'ਚ ਕੋਈ ਹੈ ਕਿ ਨਹੀਂ ਹੈ। ਅਜੀਬ ਸਥਿਤੀ ਹੋ ਗਈ ਹੈ। ਕਿੱਥੇ ਸਿੱਖ ਨੇ ਗੁਰੂ ਦੀ ਗੱਲ ਮੰਨਣੀ ਹੈ। ਅੱਜ ਸਿੱਖ ਗੁਰੂ ਤੋਂ ਆਪਣੀ ਗੱਲ ਮਨਵਾਉਂਦਾ ਹੈ। ਜੇ ਗੁਰੂ ਮਹਾਰਾਜ ਨਹੀਂ ਮੰਨਦੇ ਫਿਰ ਉਹ ਨਾਰਾਜ਼ ਹੋ ਜਾਂਦਾ ਹੈ। ਮੇਰੀ ਗੱਲ ਨਹੀਂ ਮੰਨੀ। ਬਹੁਤੇ ਗੁਰਦੁਆਰਾ ਜਾਣਾ ਹੀ ਬੰਦ ਕਰ ਦਿੰਦੇ ਨੇ। ਬਹੁਤੇ ਭਜਨ ਬੰਦਗੀ ਕਰਨੀ ਹੀ ਬੰਦ ਕਰ ਦਿੰਦੇ ਹਨ ਵੀ ਗੁਰੂ ਨੇ ਮੇਰੀ ਗੱਲ ਨਹੀਂ ਮੰਨੀ। ਜੇ ਕਿਤੇ ਸਿੱਖ ਗੁਰੂ ਦੀ ਮੰਨਦਾ ਰਹੇ ਇਹਨੂੰ ਕੁਛ ਕਹਿਣ ਦੀ ਲੋੜ ਹੀ ਨਹੀਂ।
ਇਹਨੂੰ ਕੁਛ ਮੰਗਣ ਦੀ ਲੋੜ ਹੀ ਨਹੀਂ ਰਹੇਗੀ, ਕਿਉਂਕਿ ਗੁਰੂ ਸਭ ਕੁਝ ਜਾਣਦਾ ਹੈ, ਬਿਨ ਬੋਲਿਆ ਸਭ ਕੁਝ ਜਾਣਦਾ। ਅਗਰ ਸਿੱਖ ਗੁਰੂ ਦੀ ਗੱਲ ਮੰਨਦਾ ਰਹੇ, ਇਹਨੂੰ ਕਿਸੇ ਚੀਜ਼ ਦੀ ਕਮੀ ਰਹਿ ਹੀ ਨਹੀਂ ਸਕਦੀ। ਪਰਮਾਤਮਾ ਉਹੀ ਕੁਛ ਆਪਣੇ ਸਿੱਖ ਨੂੰ, ਆਪਣੇ ਗੁਰੂ ਨੂੰ ਦੇਵੇਗਾ ਜੋ ਉਹਦੇ ਸਿੱਖ ਲਈ ਲਾਭਦਾਇਕ ਹੈ। ਸਿੱਖ ਕਈ ਵਾਰੀ ਮੰਗ ਰਿਹਾ ਹੁੰਦਾ ਹੈ, ਗੁਰੂ ਨੂੰ ਪਤਾ ਹੁੰਦਾ ਕਿ ਜੋ ਮੰਗ ਰਿਹਾ ਹੈ ਇਹਦੇ ਨਾਲ ਇਹਦਾ ਨੁਕਸਾਨ ਹੋਵੇਗਾ, ਉਹ ਨਹੀਂ ਦਿੰਦੇ। ਸਿੱਖ ਨਾਰਾਜ਼ ਹੋ ਜਾਂਦਾ ਵੀ ਹਾਂਜੀ ਮੈਨੂੰ ਦਿੱਤਾ ਨਹੀਂ ਹੈ। ਇਹ ਸੋਚਣਾ ਯਾਦ ਰੱਖਣਾ ਚਾਹੀਦਾ ਕਿ ਗੁਰੂ ਮਹਾਰਾਜ ਮੇਰੇ ਤੋਂ ਸਿਆਣੇ ਨੇ, ਗੁਰੂ ਮਹਾਰਾਜ ਆਪਣੇ ਸਿੱਖ ਦਾ ਭਲਾ ਚਾਹੁੰਦੇ ਨੇ। ਜੇ ਮਾਂ ਪਿਓ ਆਪਣੇ ਧੀ ਪੁੱਤ ਦਾ ਭਲਾ ਚਾਹੁੰਦੇ ਨੇ, ਟੀਚਰ ਆਪਣੇ ਵਿਦਿਆਰਥੀਆਂ ਦਾ ਭਲਾ ਚਾਹੁੰਦਾ ਹੈ, ਗੁਰੂ ਮਹਾਰਾਜ ਵੀ ਆਪਣੇ ਸਿੱਖਾਂ ਦਾ ਭਲਾ ਚਾਹੁੰਦੇ ਨੇ। ਜੋ ਗੁਰੂ ਮਹਾਰਾਜ ਕਰ ਰਹੇ ਨੇ, ਕਹਿੰਦੇ ਇਹ ਮੇਰੇ ਲਈ ਭਲਾ ਹੈ। ਤੂੰ ਕਰੈ ਸੋ ਸੱਚੇ ਭਲਾ ਹੈ, ਗੁਰ ਸ਼ਬਦ ਬੁਝਾਈ। ਗੁਰੂ ਦੇ ਸ਼ਬਦ ਰਾਹੀਂ ਤੂੰ ਇਹ ਸੋਝੀ ਬਖਸ਼ਦਾ ਹੈ, ਬੁਝਾਈ ਕਿ ਤੂੰ ਜੋ ਕਰ ਰਿਹਾ ਉਹੀ ਭਲਾ ਹੈ। ਗੁਰੂ ਦੇ ਉਪਦੇਸ਼ ਰਾਹੀਂ ਪਤਾ ਲੱਗਦਾ ਹੈ ਕਿ ਪਰਮਾਤਮਾ ਜੋ ਕਰ ਰਿਹਾ ਉਹ ਭਲਾ ਹੈ, ਉਹ ਠੀਕ ਕਰ ਰਿਹਾ ਹੈ। ਜੇ ਪਰਮਾਤਮਾ ਹੀ ਗਲਤ ਕਰੇ ਫਿਰ ਪਰਮਾਤਮਾ ਕਾਹਦਾ ਹੋਇਆ ਵੀ? ਉਹ ਕਾਹਦਾ ਫਿਰ ਪਰਮਾਤਮਾ ਹੈ ਜਿਹੜਾ ਗਲਤ ਕਰ ਰਿਹਾ ਹੈ? ਪਰਮਾਤਮਾ ਨੇ ਜੋ ਕਰਨਾ ਉਹ ਠੀਕ ਕਰਨਾ, ਅਸੀਂ ਚਾਹੁੰਦੇ ਹਾਂ ਸਾਡੇ ਅਨੁਸਾਰ ਕਰੇ, ਬਸ ਆਹੀ ਫਰਕ ਹੈ। ਉਹਨੇ ਆਪਣੀ ਮਰਜ਼ੀ ਕਰਨੀ ਹੈ, ਉਹ ਕਿਸੇ ਤੋਂ ਸਲਾਹ ਨਹੀਂ ਲੈਂਦਾ। ਪਰਮਾਤਮਾ ਨੇ ਜੋ ਕਰਨਾ ਕਿਸੇ ਤੋਂ ਸਲਾਹ ਨਹੀਂ ਲੈਂਦਾ। ਉਹਨੇ ਕੋਈ ਮੰਤਰੀ ਨਹੀਂ ਰੱਖੇ, ਕੋਈ ਸਲਾਹਕਾਰ ਨਹੀਂ ਰੱਖੇ ਵੀ ਕਿਸੇ ਤੋਂ ਸਲਾਹ ਲੱਗੇ ਤਾਂ ਫਿਰ ਉਸ ਤਰ੍ਹਾਂ ਕੰਮ ਕਰੇਗਾ। ਉਹ ਆਪਣੀ ਮਰਜ਼ੀ ਕਰਦਾ ਹੈ। ਤੂੰ ਕਰਨ ਕਾਰ ਸਮਰੱਥ ਹੈ, ਦੂਜਾ ਕੋ ਨਹੀਂ। ਹੇ ਪਰਮਾਤਮਾ ਤੂੰ ਕਰਨ ਕਰਾਉਣ ਦੇ ਸਮਰੱਥ ਹੈ, ਦੂਜਾ ਤੇ ਕਰਨ ਕਰਾਉਣ ਦੇ ਸਮਰੱਥ ਹੀ ਨਹੀਂ ਕੋਈ ਹੈ। ਤੇਰੇ ਵਰਗਾ ਹੋਰ ਦੂਸਰਾ ਕੋਈ ਹੈ ਹੀ ਨਹੀਂ ਹੈ। ਤੂੰ ਸਾਹਿਬ ਅਗੰਮ ਦਇਆਲ ਹੈ, ਸਭ ਤੁਧ ਧਿਆਹੀ। ਇਹਨੂੰ ਅਗਮ ਨਹੀਂ ਪੜ੍ਹਨਾ, 99% ਪਾਠੀ ਨੂੰ ਅਗਮ ਪੜ੍ਹ ਦਿੰਦੇ ਨੇ। ਇਹ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਉਹਦੇ ਅਨੁਸਾਰ ਹੀ ਉਚਾਰਨ ਚਾਹੀਦਾ ਹੈ। ਜਿਸ ਭਾਸ਼ਾ ਦਾ ਕੋਈ ਸ਼ਬਦ ਹੁੰਦਾ ਉਚਾਰਨ ਵੀ ਉਸੇ ਭਾਸ਼ਾ ਅਨੁਸਾਰ ਹੀ ਹੁੰਦਾ ਹੈ। ਹੇ ਪਰਮਾਤਮਾ ਅਗੰਮ, ਜਿਹਦੇ ਤੱਕ ਸਾਡੀਆਂ ਇੰਦਰੀਆਂ ਦੀ ਪਹੁੰਚ ਨਹੀਂ ਹੈ, ਜਿਹੜੀ ਸਾਡੀ ਸੁਰਤ ਹੈ ਉਹ ਪਰਮਾਤਮਾ ਤੱਕ ਜਾ ਸਕਦੀ ਹੈ, ਪਰ ਸਾਡੀਆਂ ਇੰਦਰੀਆਂ ਉਹਦੇ ਤੱਕ ਨਹੀਂ ਜਾ ਸਕਦੀਆਂ, ਇੰਦਰੀਆਂ ਦੀ ਪਹੁੰਚ ਜੀ ਨਹੀਂ ਹੋਏਗਾ। ਉਹ ਗਮ ਹੈ, ਉਹ ਦਿਆਲ ਹੈ, ਉਹ ਦਿਆਲੂ ਹੈ। ਸਭ ਤੁਧ ਧਿਆਈ, ਇਹ ਪਰਵਤ ਸਾਰੇ ਤੈਨੂੰ ਹੀ ਧਿਆਉਂਦੇ ਹਨ। ਚਾਹੇ ਫਸਿਆ ਧਿਆਵੇ ਤੇ ਚਾਹੇ ਸੋਝੀ ਅਜ ਤਾਂ ਧਿਆਵੇ। ਗੁਰਬਾਣੀ ਕਹਿੰਦੀ ਪਹਿਲਾਂ ਮਨੁੱਖ ਸਵਾਰਥ ਕਾਰਨ ਪਰਮਾਤਮਾ ਨੂੰ ਮੰਨਦਾ ਹੈ, ਫਿਰ ਹੌਲੀ ਹੌਲੀ ਨੂੰ ਸੋਝੀ ਆ ਜਾਂਦੀ ਹੈ, ਫਿਰ ਵੈਸੇ ਹੀ ਪਰਮਾਤਮਾ ਨੂੰ ਮੰਨਦਾ। ਪਹਿਲਾਂ ਮਨੁੱਖ ਸਵਾਰਥ ਦੀ ਖਾਤਰ ਪਾਠ ਕਰਦਾ ਹੈ, ਫਿਰ ਹੌਲੀ ਹੌਲੀ ਸੋਝੀ ਆ ਜਾਂਦੀ ਹੈ, ਫਿਰ ਵੈਸੇ ਹੀ ਪਾਠ ਕਰਦਾ ਰਹਿੰਦਾ। ਸਭ ਜੀ ਤੇਰੇ ਤੂੰ ਸਭ ਸਦਾ, ਤੂੰ ਸਭ ਛਡਾਹੀਂ। ਹੇ ਪਰਮਾਤਮਾ ਇਹ ਸਾਰੇ ਜੀਵ ਤੇਰੇ ਨੇ, ਸਭ ਜੀ ਤੇਰੇ, ਤੂੰ ਸਭ ਦਾ ਤੇ ਤੂੰ ਸਾਰਿਆਂ ਦਾ ਹੈ। ਤੂੰ ਸਭ ਛਡਾਹੀਂ, ਤੂੰ ਹਰ ਇੱਕ ਦਾ ਛੁਟਕਾਰਾ ਕਰ ਦਿੰਦਾ, ਬੰਧਨਾਂ ਤੋਂ ਪਰਮਾਤਮਾ ਮੁਕਤ ਕਰ ਦਿੰਦਾ। ਸ਼ਲੋਕ ਮਹਿਲਾ ਚੌਥਾ।
ਸੁਨ ਸਾਜਨ ਪ੍ਰੇਮ ਸੰਦੇਸਰਾ, ਅੱਖੀਂ ਤਾਰ ਲਗਨ। ਹੈ ਸਜਣਾ ਪਿਆਰ ਦਾ ਸੁਨੇਹਾ ਸੁਣ, ਸੰਦੇਸਰਾ ਸੁਨੇਹਾ। ਅੱਖੀਂ ਤਾਰ ਲਗਨ, ਮੇਰੀਆਂ ਅੱਖਾਂ ਲਗਾਤਾਰ ਪਰਮਾਤਮਾ ਨੂੰ ਵੇਖ ਵੱਲ ਲੱਗੀਆਂ ਹੋਈਆਂ। ਉਹਦੇ ਵੱਲ ਲੱਗੇ ਵੀ ਕਦੋਂ ਉਹਦੇ ਦਰਸ਼ਨ ਹੋਣ, ਕਦੋਂ ਉਹ ਆਵੇ, ਕਦੋਂ ਮੈਂ ਉਸ ਨੂੰ ਮਿਲਾਂ। ਤਾਰ ਦੇ ਤਾੜੀ ਲੱਗ ਜਾਣਾ, ਲਗਾਤਾਰ ਕਿਸੇ ਪਾਸੇ ਨੂੰ ਧਿਆਨ ਹੋ ਜਾਣਾ। ਗੁਰ ਤੁਠੈ ਸੱਜਣ ਮੇਲਿਆ, ਜਨ ਨਾਨਕ ਸੁਖ ਸਵਨ। ਗੁਰੂ ਨੇ ਪ੍ਰਸੰਨ ਹੋ ਕੇ ਸੱਜਣ ਪਰਮਾਤਮਾ ਮਿਲਾ ਦਿੱਤਾ ਹੈ। ਗੁਰੂ ਨੇ ਪ੍ਰਸੰਨ ਹੋ ਕੇ ਪਰਮਾਤਮਾ ਮਿਲਾ ਦਿੱਤਾ ਹੈ। ਜਨ ਨਾਨਕ ਸੁਖ ਸਵਨ। ਹੁਣ ਜਿਹੜੇ ਪਰਮਾਤਮਾ ਦੇ ਭਗਤ ਨੇ ਉਹ ਸੁਖੀ ਸੌਂਦੇ ਨੇ, ਉਹ ਸੁੱਖ ਨਾ ਸੌਂਦੇ। ਕਿਉਂ? ਜਿਹਦੀ ਉਡੀਕ ਕਰ ਰਹੇ ਸਨ ਸਾਲਾਂ ਬੱਧੇ, ਉਹਦੀ ਪ੍ਰਾਪਤੀ ਹੋ ਗਈ। ਹੁਣ ਸੁੱਖ ਆਨੰਦ ਹੈ। ਜਿਹਦੀ ਉਡੀਕ ਕਰਦੇ ਰਹੀਏ, ਕਰਦੇ ਰਹੀਏ, ਕਰਦੇ ਰਹੀਏ, ਕਰਦੇ ਰਹੀ, ਉਹਨੇ ਕਦੇ ਨਾ ਕਦੇ ਆਉਣਾ ਹੀ ਹੈ। ਗੁਰੂ ਨਾਨਕ ਵੇਲੇ ਇੱਕ ਗੁਰਸਿੱਖ ਹੋਇਆ, ਉਹ ਪ੍ਰਚਾਰ ਕਰਨ ਲਈ ਰਾਜਾ ਸ਼ਿਵਨਾਭ ਕੋਲ ਗਿਆ ਹੈ। ਗੱਲਾਂ ਬਾਤਾਂ 'ਚ ਰਾਜਾ ਸ਼ਿਵਨਾਭ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਪਤਾ ਲੱਗਾ। ਰਾਜਾ ਸ਼ਿਵਨਾਭ ਕਹਿੰਦਾ ਵੀ ਮੈਂ ਗੁਰੂ ਨਾਨਕ ਦੇਵ ਨੂੰ ਮਿਲਣਾ, ਅਤੇ ਭਾਈ ਮਨਸੁਖ ਕਹਿੰਦਾ ਵੀ ਉਹਨਾਂ ਦਾ ਕੋਈ ਪਤਾ ਨਹੀਂ ਜੀ, ਉਹ ਇੱਕ ਥਾਂ 'ਤੇ ਨਹੀਂ ਇਸ ਵੇਲੇ ਰਹਿ ਰਹੇ। ਉਹ ਤਾਂ ਕਦੇ ਕਿਸੇ ਦੇਸ਼, ਕਦੇ ਕਿਸੇ ਦੇਸ਼, ਕਦੇ ਕਿਸੇ ਦੇਸ਼ ਜਾਂਦੇ ਹਨ। ਕਹਿੰਦੇ ਫੇਰ ਉਹਨਾਂ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ? ਕਹਿੰਦੇ ਤੂੰ ਲਗਾਤਾਰ ਉਹਨਾਂ ਨੂੰ ਯਾਦ ਕਰਦਾ ਰਹਿ, ਉਹ ਜਾਣੀ ਜਾਣ ਨੇ, ਉਹ ਆਪੇ ਹੀ ਆ ਜਾਣਗੇ। ਅਤੇ ਗੁਰੂ ਨਾਨਕ ਯਾਤਰਾ ਕਰਦੇ ਕਰਦੇ ਆਪ ਹੀ ਰਾਜਾ ਸ਼ਿਵਨਾਭ ਨੂੰ ਜਾ ਕੇ ਮਿਲੇ। ਉਡੀਕ ਕਰਦਾ ਰਿਹਾ ਸੱਚੇ ਦਿਲੋਂ। ਇਸ ਲਈ ਜਿਹੜੇ ਪਰਮਾਤਮਾ ਦੇ ਜਨ ਹੁੰਦੇ ਨੇ, ਸੇਵਕ ਹੁੰਦੇ ਨੇ, ਭਗਤ ਹੁੰਦੇ ਨੇ, ਉਹ ਪਰਮਾਤਮਾ ਉਡੀਕ ਕਰਦੇ ਰਹਿੰਦੇ ਨੇ ਵੀ ਕਦੇ ਨਾ ਕਦੇ ਤਾਂ ਮਿਲੇਗਾ। ਅਤੇ ਜਦੋਂ ਫਿਰ ਮਿਲ ਜਾਂਦਾ ਫਿਰ ਕਿੰਨੀ ਖੁਸ਼ੀ ਹੁੰਦੀ ਹੈ। ਜਿੰਨੀ ਲੰਮੀ ਉਡੀਕ ਉਨੀ ਲੰਮੀ ਖੁਸ਼ੀ। ਚੌਥੇ ਪਾਤਸ਼ਾਹ ਕਹਿੰਦੇ ਸਤਿਗੁਰ ਦਾਤਾ ਦਇਆਲ ਹੈ, ਜਿਸ ਨੂੰ ਦਇਆ ਸਦਾ ਹੋਏ। ਗੁਰੂ ਦਾਤਾ ਵੀ ਹੈ, ਸਿੱਖ ਨੂੰ ਦਾਤਾ ਦਿੰਦਾ ਹੈ। ਉਹ ਦਿਆਲੂ ਵੀ ਹੈ, ਉਹ ਸਦਾ ਹੀ ਉਹਦੇ ਅੰਦਰ ਦਇਆ ਹੈ। ਇਹ ਨਹੀਂ ਕਿ ਕਦੇ ਦਿਆਲੂ ਹੋ ਕੇ ਤੇ ਕਦੇ ਨਾ ਹੋਇਆ, ਨਹੀਂ। ਜਿਸ ਨੂੰ ਦਇਆ ਸਦਾ ਹੋਏ, ਜਿਹਦੇ ਸਦਾ ਹੀ ਅੰਦਰ ਦਇਆ ਹੈ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਗੁਰੂ ਮਹਾਰਾਜ ਅੰਦਰੋਂ ਕਿਸੇ ਨਾਲ ਕੋਈ ਵੈਰ ਨਹੀਂ ਰੱਖਦੇ, ਕਿਸੇ ਨਾਲ। ਉਹ ਸਾਰਿਆਂ ਦੇ ਵਿੱਚ ਸਭ ਦੇਖਿਆ, ਹਰ ਇੱਕ ਦੇ ਵਿੱਚ ਉਹ ਪਰਮਾਤਮਾ ਨੂੰ ਵੇਖਦੇ ਹਨ। ਹਰ ਇੱਕ ਦੇ ਵਿੱਚ ਉਹ ਪਰਮਾਤਮਾ ਨੂੰ ਵੇਖਦੇ। ਇੱਕ ਐਸਾ ਸਮਾਂ ਆ ਜਾਂਦਾ ਹੈ, ਹੁਣ ਤਾਂ ਸਾਨੂੰ ਇਹ ਸਰੀਰ ਬਾਹਰੋਂ ਦਿਸਦਾ ਹੈ। ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ ਫਿਰ ਅੰਦਰੋਂ ਦਿਸਣ ਲੱਗਦਾ ਅੰਦਰ ਕੀ ਹੈ। ਜਿਵੇਂ ਮਸ਼ੀਨਾਂ ਨਾਲ ਤੁਹਾਡੀ ਛਾਤੀ, ਤੁਹਾਡਾ ਪੇਟ, ਤੁਹਾਡੇ ਹੋਰ ਸਾਰੇ ਅੰਗ ਵੇਖਦੇ ਨੇ ਵੀ ਉਹ ਕਿਵੇਂ ਕੰਮ ਕਰ ਰਹੇ ਨੇ, ਕਿਹੜੇ ਅੰਗ 'ਚ ਕੀ ਨੁਕਸ ਹੈ, ਮਸ਼ੀਨਾਂ ਨੂੰ ਵੇਖਦੇ ਨੇ। ਗੁਰੂ ਮਹਾਰਾਜ ਆਪਣੀ ਦਿਵ ਦ੍ਰਿਸ਼ਟੀ ਨਾਲ ਵੇਖਦੇ ਨੇ। ਸਾਰੇ ਦੇ ਅੰਦਰ ਉਹ ਪਰਮਾਤਮਾ ਵੇਖਦੇ ਨੇ। ਫਿਰ ਜੋ ਸਾਰੇ ਦੇ ਅੰਦਰ ਹੀ ਪਰਮਾਤਮਾ, ਫਿਰ ਉਹਨੂੰ ਵੈਰ ਕਿਹਦੇ ਨਾਲ ਕਰਨਾ? ਫਿਰ ਵੈਰ ਕਿਸੇ ਨਾਲ ਰਹਿੰਦਾ ਹੀ ਨਹੀਂ ਹੈ। ਸਾਡੇ ਅੰਦਰ ਵੀ ਵੈਰ ਓਨਾ ਚਿਰ ਹੀ ਹੈ ਜਿੰਨਾ ਚਿਰ ਸਾਨੂੰ ਅੰਦਰ ਪਰਮਾਤਮਾ ਨਹੀਂ ਦਿਸਦਾ। ਪਹਿਲਾਂ ਆਪਣੇ ਅੰਦਰ ਦਿਸਿਆ ਕਰਦਾ, ਉਸ ਤੋਂ ਬਾਅਦ ਫਿਰ ਦੁਨੀਆ 'ਚ ਦਿਸਦਾ ਪਰਮਾਤਮਾ। ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ,
ਤਿਨ ਵਿੱਚੋਂ ਤਿਸਟਿਆ ਨਾ ਕੋਏ। ਜੇ ਮੇਰੇ ਜਿਹੜੇ ਨਿਰਵੈਰਾਂ ਦੇ ਨਾਲ ਵੈਰ ਰੱਖਦੇ ਨੇ, ਹੁਣ ਗੁਰੂ ਮਹਾਰਾਜ ਦੇ ਨਿਰਵੈਰ ਨੇ, ਉਹਨਾਂ ਦਾ ਕਿਸੇ ਨਾਲ ਵੈਰ ਹੀ ਨਹੀਂ ਹੈ। ਅਤੇ ਜਿਹੜੇ ਨਿਰਵੈਰਾਂ ਦੇ ਨਾਲ ਵੈਰ ਰੱਖਦੇ ਨੇ, ਤਿੰਨ ਵਿੱਚੋਂ ਤਿਸਟਿਆ ਨਾ ਕੋਏ, ਉਹਨਾਂ 'ਚੋਂ ਕੋਈ ਵੀ ਅੱਜ ਤੱਕ ਜ਼ਿੰਦਗੀ ਖੁਸ਼ ਨਹੀਂ ਹੋ ਸਕਿਆ, ਮਾਨਸਿਕ ਸ਼ਾਂਤੀ ਨਹੀਂ ਉਹਨੂੰ ਮਿਲਦੀ। ਹਾਂਜੀ, ਮਾਨਸਿਕ ਤੌਰ 'ਤੇ ਸੰਤੁਸ਼ਟ ਹੋਣਾ, ਸ਼ਾਂਤੀ ਮਿਲਣਾ, ਕਿਸੇ ਨੂੰ ਕਦੇ ਮਾਨਸਿਕ ਸ਼ਾਂਤੀ ਨਹੀਂ ਮਿਲਦੀ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਗੁਰੂ ਮਹਾਰਾਜ ਤਾਂ ਸਾਰਿਆਂ ਦਾ ਭਲਾ ਮਨਾਉਂਦੇ ਨੇ, ਫਿਰ ਉਹਨਾਂ ਦਾ ਬੁਰਾ ਕਿਉਂ ਕਰਨਾ ਵੀ। ਬੁਰਾ ਤਾਂ ਉਹਦਾ ਕਰਨਾ ਚਾਹੀਦਾ ਹੈ ਜਿਹੜਾ ਤੁਹਾਡੇ ਨਾਲ ਬੁਰਾਈ ਕਰਦਾ ਹੈ। ਜਿਹੜਾ ਤੁਹਾਡੇ ਨਾਲ ਬੁਰਾਈ ਕਰਦਾ ਹੈ, ਚਲੋ ਉਹਦਾ ਤਾਂ ਬੁਰਾ ਤੁਸੀਂ ਕੀਤਾ ਮੰਨਿਓ, ਉਹ ਵੀ ਪਹਿਲੀ ਅਵਸਥਾ ਹੈ, ਪਹਿਲੀ ਅਵਸਥਾ। ਬ੍ਰਹਮ ਗਿਆਨੀ ਜਾ ਕੇ ਜਿਹੜਾ ਤੁਹਾਡਾ ਬੁਰਾ ਕਰਨ ਉਹਨੂੰ ਵੀ ਕੁਛ ਨਹੀਂ ਕਹਿੰਦਾ, ਉਹਨੂੰ ਕੋਈ ਤੁਹਾਡੀ ਕੋਈ ਨਿੰਦਿਆ ਕਰੇ ਤਾਂ ਵੀ ਉਹ ਕੁਛ ਨਹੀਂ ਕਹਿੰਦਾ। ਤੁਸੀਂ ਕੋਈ ਕਮੈਂਟਸ ਦੇ ਰਹੇ ਤਾਂ ਉਹਦਾ ਅੱਗੋਂ ਜਵਾਬ ਨਹੀਂ ਦਿੰਦਾ, ਉਹ ਅੱਗੋਂ ਕੁਛ ਨਹੀਂ ਕਹਿੰਦਾ, ਵੀ ਕਰੀ ਜੋ ਨਿੰਦਿਆ, ਬੋਲੀ ਜੋ, ਬਕਵਾਸ ਕਰੀ ਜੋ, ਉਹ ਆਪਣਾ ਆਨੰਦ 'ਚ ਰਹਿੰਦਾ। ਕਿਉਂਕਿ ਸੰਤ ਨਾ ਛੋੜੈ ਸੰਤ ਏ, ਜੋ ਕੋਟਿਕ ਮਿਲੇ ਅਸੰਤ। ਜਿਹੜਾ ਸੰਤ ਹੁੰਦਾ ਉਹਨੂੰ ਜੇ ਕਰੋੜਾਂ ਅਸੰਤ ਮਿਲ ਜਾਣ, ਆਪਣਾ ਸੰਤ ਪੁਣਾ ਨਹੀਂ ਛੱਡਦਾ। ਇਹ ਨਹੀਂ ਕਿ ਭੈੜੇ ਟੱਕਰ ਗਏ ਅਤੇ ਉਹਨਾਂ ਨਾਲ ਹੁਣ ਭੈੜਾ ਵਿਹਾਰ ਕਰ ਰਿਹਾ, ਨਹੀਂ, ਉਹਦੇ ਅੰਦਰ ਵੈਰ ਹੁੰਦਾ ਹੀ ਨਹੀਂ ਹੈਗਾ, ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੁੰਦੀ, ਉਹਦਾ ਕਿਸੇ ਨਾਲ ਵੈਰ ਹੀ ਨਹੀਂ ਹੁੰਦਾ। ਫਿਰ ਜਿਹੜਾ ਵੈਰ ਉਹਦੇ ਨਾਲ ਕਰਦਾ, ਫਿਰ ਸਮਾਂ ਪਾ ਕੇ ਭੋਗਦਾ ਰਹਿੰਦਾ, ਜਾਏਗਾ ਕਿਤੇ, ਆਪਣੇ ਕਰਮ 'ਤੇ ਭੋਗਣਾ ਹੀ ਪੈਣਾ। ਦੂਜੀ ਗੱਲ ਹੁੰਦੀ, ਬਹੁਤ ਵੱਡਾ ਪਾਪ ਹੈ ਕਿ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਰਿਹਾ ਅਤੇ ਤੁਸੀਂ ਉਹਦਾ ਕਰ ਰਹੇ ਹੋ। ਇੱਦਾਂ ਵੱਡਾ ਹੋਰ ਪਾਪ ਕੀ ਹੈ ਜੀ। ਆਹ ਚੋਰ ਪਾਪੀ ਨੇ ਨਾ, ਅਸੀਂ ਤਾਂ ਚੋਰ ਦਾ ਕੁਛ ਨਹੀਂ ਕਰ ਰਹੇ, ਉਹ ਆ ਕੇ ਸਾਡੇ ਘਰ ਚੋਰੀ ਕਰ ਰਹੇ। ਇੱਕ ਸਾਨੂੰ ਕੁਛ ਨਹੀਂ ਕਹਿੰਦਾ, ਅਸੀਂ ਉਹਦਾ ਨੁਕਸਾਨ ਕਰਦੇ ਹਾਂ, ਫਿਰ ਪਾਪ ਹੀ ਹੈ। ਜੋ ਪਾਪ ਕਰਨ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ। ਫਿਰ ਕਹਿੰਦੇ ਇਸ ਲਈ ਗੁਰੂ ਮਹਾਰਾਜ ਜਿਹੜੇ ਨੇ ਉਹ ਕਿਸੇ ਨਾਲ ਵੈਰ ਨਹੀਂ ਰੱਖਦੇ, ਉਹਦਾ ਬੁਰਾ, ਉਹਨਾਂ ਦਾ ਬੁਰਾ ਨਹੀਂ ਕਰਨਾ ਚਾਹੀਦਾ, ਉਹਦੇ ਭਲਾ ਮਨਾਉਂਦੇ ਨੇ। ਸਤਿਗੁਰ ਨੂੰ ਜਿਹਾ ਕੋ ਇੱਛਦਾ, ਤੇਹਾ ਫਲ ਪਾਏ ਕੋਇ। ਜਿਹੋ ਜਿਹੀ ਗੁਰੂ ਪ੍ਰਤੀ ਕਿਸੇ ਦੀ ਭਾਵਨਾ ਹੁੰਦੀ ਹੈ, ਉਹਦੇ ਅਨੁਸਾਰ ਉਸ ਨੂੰ ਫਲ ਮਿਲਦਾ ਹੈ। ਬੜੀ ਦੁਨੀਆ ਗੁਰੂ ਦੇ ਕੋਲ ਰਹਿੰਦੀ ਹੈ, ਸੰਤਾਂ ਮਹਾਤਮਾ ਦੇ ਡੇਰਿਆਂ 'ਚ ਰਹਿੰਦੀ ਹੈ। ਕੋਈ ਕਿਸੇ ਭਾਵਨਾ ਨਾਲ ਡੇਰੇ 'ਚ ਰਹੇ, ਕੋਈ ਕਿਸੇ ਭਾਵਨਾ ਰਹੇ। ਕੋਈ ਤਾਂ ਗਰਮੀ ਦਾ ਮਾਰਿਆ ਸਾਧ ਕੋਲ ਚਲੇ, ਚੱਲ ਯਾਰ ਉੱਥੇ ਪ੍ਰਛਾ ਮੇਰਾ ਨਾਲ ਬੈਠਾਂਗੇ, ਠੀਕ ਹੈ। ਕੋਈ ਭੁੱਖ ਦਾ ਮਾਰਿਆ ਉੱਥੇ ਡੇਰੇ ਚਲੇ, ਚੱਲ ਉੱਥੇ ਰੋਟੀ ਚੰਗੀ ਖਾਵਾਂਗੇ। ਕਿਸੇ ਨੂੰ ਕੰਮ ਨਹੀਂ ਮਿਲਦਾ, ਚੱਲ ਯਾਰ ਉੱਥੇ ਹੀ ਚੱਲਦੇ ਹਾਂ, ਜਿੰਨੇ ਚਿਰ ਕੰਮ ਨਹੀਂ ਮਿਲਦਾ ਉੱਥੇ ਖਾਵਾਂ ਪੀਵਾਂ, ਥੋੜ੍ਹੀ ਬਹੁਤੀ ਸੇਵਾ ਕਰਦਿਆ ਕਰਨ। ਪਰਮਾਤਮਾ ਦੀ ਪ੍ਰਾਪਤੀ ਲਈ ਤਾਂ ਡੇਰੇ 'ਚ ਕੋਈ ਵਿਰਲਾ ਹੀ ਟਾਵਾਂ ਹੁੰਦਾ, ਜਿਹੜਾ ਇਸ ਲਈ ਡੇਰੇ 'ਚ ਗਿਆ ਕਿ ਉੱਥੇ ਭਜਨ ਬੰਦਗੀ ਹੁੰਦੀ ਹੈ, ਮੈਂ ਉੱਥੇ ਬੈਠ ਕੇ ਭਜਨ ਬੰਦਗੀ ਕਰਾਂਗਾ, ਆਪਣੀ ਆਤਮਿਕ ਅਵਸਥਾ ਉੱਚੀ ਕਰਾਂਗਾ, ਵੀ ਉੱਥੇ ਮਾਹੌਲ ਇਹ ਹੈ। ਇਸੇ ਤਰ੍ਹਾਂ ਗੁਰੂ ਕੋਲ ਵੀ ਲੋਕ ਆਉਂਦੇ ਨੇ, ਜਿਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ ਹੈ, ਉਹਦੇ ਅਨੁਸਾਰ ਉਸ ਨੂੰ ਫਲ ਮਿਲਦਾ ਹੈ। ਨਾਨਕ ਕਰਤਾ ਸਭ ਕੁਛ ਜਾਣਦਾ, ਜਿੱਦੂ ਕਿਛ ਗੁੱਝਾ ਨਾ ਹੋਏ। ਜਿੱਦੂ ਮੈਨੂੰ ਜਿਸ ਤੋਂ ਪਰਮਾਤਮਾ ਸਭ ਕੁਝ ਜਾਣਦਾ ਹੈ, ਉਸ ਤੋਂ ਕੁਝ ਵੀ ਗੁੱਝਾ ਨਹੀਂ ਹੈ। ਅਸੀਂ ਸੰਸਾਰ ਤੋਂ ਆਪਣੇ ਆਪ ਨੂੰ ਬਹੁਤ ਲੁਕੋ ਸਕਦੇ ਹਾਂ, ਲੁਕੋ ਸਕਦੇ, ਪਰ ਪਰਮਾਤਮਾ ਸਭ ਕੁਝ ਜਾਣਦਾ, ਉਸ ਤੋਂ ਕੁਛ ਵੀ ਲੁਕੋਇਆ ਨਹੀਂ ਜਾ ਸਕਦਾ।
ਤੇ ਸਾਡੀ ਜਿਹੜੀ ਕਿਸਮਤ ਉਹ ਲਿਖਣੀ ਹੈ ਪਰਮਾਤਮਾ ਨੇ, ਲੋਕਾਂ ਨੇ ਤਾਂ ਲਿਖਣੀ ਨਹੀਂ ਹੈਗੀ ਕਿਸਮਤ ਲਿਖਣੀ ਉਸਨੇ, ਤੇ ਉਹ ਵੇਖ ਹੀ ਰਿਹਾ ਹੈ, ਵੇਖ ਕੀ ਕਰਦਾ। ਜੇ ਤਾਂ ਲੋਕਾਂ ਨੇ ਸਾਡੀ ਕਿਸਮਤ ਲਿਖਣੀ ਹੋਵੇ ਫਿਰ ਤਾਂ ਠੀਕ ਹੈ, ਆਪਣਾ ਲੋਕਾਂ ਦਾ ਲੁਕਾ ਲਓ, ਔਰ ਬਹੁਤ ਕੁਛ ਲੁਕਾਇਆ ਜਾ ਸਕਦਾ ਹੈ। ਈਵਨ ਹਸਬੈਂਡ ਵਾਈਫ ਜਿਹੜੇ ਕੋਲ ਰਹਿੰਦੇ ਹਰ ਵਕਤ 24 ਘੰਟੇ, ਉਹ ਵੀ ਇੱਕ ਦੂਜੇ ਤੋਂ ਕੋਈ ਲੁਕਾ ਸਕਦੇ ਅਗਰ ਚਾਹੁਣ, ਉਹ ਲੁਕਾ ਸਕਦੇ ਨੇ ਜੇ ਚਾਹੁਣ ਤਾਂ, ਪਰ ਪਰਮਾਤਮਾ ਤੋਂ ਕੁਛ ਵੀ ਲੁਕਾਇਆ ਨਹੀਂ ਜਾ ਸਕਦਾ, ਉਸ ਤੋਂ ਕੁਝ ਵੀ ਕੁਝਿਆ ਨਹੀਂ ਰਹਿੰਦਾ, ਉਹ ਸਭ ਕੁਝ ਜਾਣਦਾ ਹੈ। ਉਹ ਵੇਖ ਰਿਹਾ ਕਿ ਇਹ ਨਿਰਵੈਰ ਦੇ ਨਾਲ ਵੈਰ ਕਰ ਰਿਹਾ ਹੈ। ਪੌੜੀ, ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਅਸਲ ਵੱਡਾ ਕੌਣ ਹੈ? ਜਿਹਨੂੰ ਪਰਮਾਤਮਾ ਵੱਡਾ ਕਰੇ। ਤੁਸੀਂ ਅੱਜ ਕਿਸੇ ਨੂੰ ਵੱਡਿਆਂ ਕਰਦੇ, ਕੱਲ੍ਹ ਨੂੰ ਉਹਨੂੰ ਛੋਟਿਆਂ ਕਰ ਦਿਓਗੇ। ਸਪੋਜ਼ ਕਰੋ ਲੋਕ ਝਾੜੂ ਵਾਲਿਆਂ ਨੂੰ ਜਿਤਾ ਦਿੰਦੇ ਨੇ ਐਤਕੀ, ਉਹ ਕੰਮ ਠੀਕ ਨਹੀਂ ਤੁਹਾਡੇ ਆਸ਼ਾ ਅਨੁਸਾਰ, ਅਗਲੀ ਵਾਰ ਨੂੰ ਲਾ ਦੋਗੇ, ਤੁਸੀਂ ਲਾ ਦੋਗੇ ਕਿਤੇ, ਕਿਉਂਕਿ ਤੁਹਾਡੇ ਵੱਡਾ ਕੀਤੇ ਹੋਏ ਨੇ ਤੁਸੀਂ ਲਾ ਦਿਓਗੇ। ਜਿਹੜਾ ਸਾਡਾ ਵੱਡਾ ਕੀਤਾ ਹੋਇਆ ਅਸੀਂ ਉਸ ਨੂੰ ਛੋਟਾ ਵੀ ਕਰ ਸਕਦੇ ਹਾਂ, ਠੀਕ ਹੈ। ਤਾਂ ਕਿ ਲੋਗਨ ਕੀਆਂ ਚੰਗਿਆਈਆਂ ਨਾਨਕ ਕਵਨੇ ਕੰਮ, ਲੋਕਾਂ ਦੀ ਵਡਿਆਈ ਕਿਹੜੇ ਕੰਮ ਨਹੀਂ ਕਰਦੇ। ਵੱਡਾ ਉਹ ਜਿਹਨੂੰ ਪਰਮਾਤਮਾ ਵੱਡਿਆ ਕਰੇ, ਉਹਨੂੰ ਫਿਰ ਕੋਈ ਛੋਟਾ ਨਹੀਂ ਕਰ ਸਕਦਾ। ਜਿਹਨੂੰ ਪਰਮਾਤਮਾ ਵੱਡਿਆਂ ਕਰਦੇ ਨਾ, ਉਹਨੂੰ ਕੋਈ ਛੋਟਿਆ ਨਹੀਂ ਕਰ। ਨਿੰਦੀ ਜੋ ਛੋਟਾ ਨਹੀਂ ਹੋਵੇਗਾ, ਉਹ ਵੱਡਾ ਦਾ ਵੱਡਾ ਹੀ ਰਹੇਗਾ। ਜਿਸ ਸਾਹਿਬ ਭਾਵੈ ਤਿਸ ਬਖਸ਼ ਲੈ, ਸੋ ਸਾਹਿਬ ਮਨ ਭਾਣੀ। ਜਿਹਨੂੰ ਸਾਹਿਬ ਚਾਹੁੰਦਾ ਹੈ ਉਹਨੂੰ ਬਖਸ਼ ਦਿੰਦਾ ਹੈ, ਇਸ ਲਈ ਸਾਹਿਬ ਦੇ ਮਨ ਨੂੰ ਚੰਗਾ ਲੱਗਦਾ ਹੈ। ਜਿਹੜਾ ਸਾਹਿਬ ਦੇ ਮਨ ਨੂੰ ਚੰਗਾ ਲੱਗਦਾ ਹੈ, ਸਾਹਿਬ ਉਹਨੂੰ ਬਖਸ਼ ਦਿੰਦਾ ਹੈ, ਬਖਸ਼ ਦਿੰਦਾ। ਜਾ ਤੈਨੂੰ ਬਖਸ਼, ਅੱਗੇ ਤੋਂ ਇਸ ਤਰ੍ਹਾਂ ਨਾ ਕਰੇ। ਗੁਰੂਆਂ ਨੇ ਬੜਿਆਂ ਨੂੰ ਬਖਸ਼ਿਆ ਕਿ ਭਾਈ ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰ, ਹੁਣ ਤੁਹਾਨੂੰ ਬਖਸ਼ਿਆ, ਅੱਗੇ ਤੋਂ ਇਸ ਤਰ੍ਹਾਂ ਨਾ ਕਰ। ਕਿਸੇ ਬੰਦੇ ਤੋਂ ਤੁਸੀਂ ਮਾਫੀ ਮੰਗ ਲਓ ਕਿ ਮੇਰੇ ਤੋਂ ਗਲਤੀ ਹੋ ਗਈ ਹੈ, ਉਹ ਮਨ 'ਚ ਹੀ ਰੱਖੂਗਾ, ਤੁਹਾਨੂੰ ਮਨ ਕਰਕੇ ਮਾਫ ਨਹੀਂ ਕਰੇਗਾ। ਉੱਤੋਂ ਕਹੇ ਚੱਲ ਜਾ ਯਾਰ ਤੈਨੂੰ ਛੱਡਿਆ, ਮਾਫ ਕੀਤਾ ਨਾ, ਮਨ 'ਚ ਰੱਖੇਗਾ। ਉਹ ਵੈਰ ਉਸੇ ਤਰ੍ਹਾਂ ਮਨ 'ਚ ਰੱਖੇਗਾ, ਉਹ ਮਨੋਂ ਨਹੀਂ ਮਾਫ ਕਰਦਾ। ਉਹ ਇਹ ਤਾਂ ਗੁਰੂ ਅਤੇ ਪਰਮਾਤਮਾ ਜਿਹੜੇ ਫਿਰ ਮਨੋਂ ਹੀ ਮਾਫ ਕਰਨ ਜਾਵੇ। ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ। ਜਿਹਨੂੰ ਪਰਮਾਤਮਾ ਨੇ ਬਖਸ਼ ਦਿੱਤਾ ਹੈ, ਜੇ ਕੋਈ ਉਹਦੀ ਰੀਸ ਕਰੇ ਤਾਂ ਮੂਰਖ ਹੈ, ਅਣਜਾਣ ਹੈ। ਅਜਾਣੀ ਅਣਜਾਣ ਹੈ, ਮੂਰਖ ਹੈ। ਵੀ ਤੇਰੇ ਤੇ ਪਰਮਾਤਮਾ ਹੀ ਨਹੀਂ ਖੁਸ਼, ਤੈਨੂੰ ਕਿੱਥੇ ਮਾਫੀ ਮਿਲਣੀ। ਸਾਡੇ ਕਰਮਾਂ ਦੀ ਮਾਫੀ ਜਾਂ ਗੁਰੂ ਦੇ ਸਕਦਾ ਜਾਂ ਪਰਮਾਤਮਾ ਦੇ ਸਕਦਾ, ਹੋਰ ਤਾਂ ਸਾਡੇ ਕਰਮਾਂ ਦੀ ਮਾਫੀ ਨਹੀਂ ਕੋਈ ਦੇ ਸਕਦਾ। ਉਹ ਤਾਂ ਫਿਰ ਕਰਮ ਭੋਗਣੇ ਪੈਂਦੇ ਜਿੰਨੇ ਚਿਰ ਮਾਫ ਨਹੀਂ ਹੁੰਦੇ। ਭਜਨ ਬੰਦਗੀ ਕਰ ਕਰਕੇ ਕਿਉਂ ਕਰਮ ਕੱਟਦੇ ਨੇ? ਭਜਨ ਬੰਦਗੀ ਕੀਤੀ, ਗੁਰੂ ਮਹਾਰਾਜ ਖੁਸ਼ ਹੋ ਗਏ, ਉਹਨਾਂ ਨੇ ਉਹ ਕਰਮ ਕੱਟਤਾ। ਚੱਲ ਭਾਈ ਤੂੰ ਪਰਮਾਤਮਾ ਦੇ ਭਜਨ ਬੰਦਗੀ ਕਰ, ਮੈਂ ਤੈਨੂੰ ਕੈਸੇ ਭਜਨ ਬੰਦਗੀ ਕਰਿਆ ਕਰ, ਤੂੰ ਡਟ ਕੇ ਲੱਗਾ ਹੋਇਆ, ਚੱਲ ਤੈਨੂੰ ਬਖਸ਼ਿਆ। ਇਹ ਤਾਂ ਇਸ ਤਰ੍ਹਾਂ ਕਰਮ ਬਖਸ਼ੇ ਜਾਂਦੇ ਨੇ, ਨਹੀਂ ਤਾਂ ਭੋਗਣੇ ਪੈਂਦੇ ਨੇ। ਤੁਲਸੀਦਾਸ ਜੀ ਕਹਿੰਦੇ ਭੋਗੇ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਕਰਮਾਂ ਦੀ ਗਤੀ ਇੰਨੀ ਤਗੜੀ ਹੈ ਕਿ ਕਰਮ ਭੋਗੇ ਤੋਂ ਬਿਨਾਂ ਖੜਾ ਨਹੀਂ ਛੁੱਟਦਾ, ਚਾਹੇ 100 ਜਨਮ ਬਾਅਦ ਭੋਗਣਾ ਪਵੇ। ਅੱਜ ਕੀਤਾ ਹੋਇਆ ਕਰਮ ਹੋ ਸਕਦਾ 100 ਜਨਮਾਂ ਬਾਅਦ ਉਹਦੀ ਵਾਰੀ ਆਵੇ, ਉਦੋਂ ਭੋਗਣਾ ਪੈਣਾ। ਕ੍ਰਿਸ਼ਨ ਮਹਾਰਾਜ ਪਾਂਡਵਾਂ ਨੂੰ ਲੈ ਕੇ ਧ੍ਰਿਤਰਾਸ਼ਟਰ ਕੋਲੇ ਅਫਸੋਸ ਕਰਨ ਚਲੇ ਗਏ। ਕਿਉਂ? ਉਹਦਾ 100 ਪੁੱਤਰ ਮਰ ਗਿਆ, ਇੰਨੀ ਸੈਨਾ ਮਾਰੀ ਗਈ। ਵੀ ਚਲੋ ਭਾਈ ਅਫਸੋਸ ਕਰ ਆਈਏ। ਮਰਿਆਦਾ ਸੀ ਸਮੇਂ ਸਮੇਂ ਦੀ, ਜੇ ਸਮੇਂ ਸਮੇਂ ਦੀ ਮਰਿਆਦਾ ਸੀ ਵੀ ਜੋ ਦਿਨ ਛਿਪ ਜੇ ਦੋਨੋਂ ਫੌਜਾਂ ਲੜਾਈ ਬੰਦ ਕਰ ਦਿਓ।
ਹਰ ਸਮੇਂ ਦੀ ਆਪਣੀ ਮਰਿਆਦਾ ਹੁੰਦੀ ਹੈ। ਚਲੇ ਗਏ, ਚਲੋ ਗੱਲਾਂ ਬਾਤਾਂ ਕਰ। ਕਹਿੰਦਾ ਵੀ ਕ੍ਰਿਸ਼ਨ, ਤੈਨੂੰ ਲੋਕ ਭਗਵਾਨ ਕਹਿੰਦੇ ਨੇ, ਮੈਨੂੰ ਇਹ ਦੱਸ ਮੈਂ ਜਨਮ ਤੋਂ ਅੰਨਾ ਕਿਉਂ ਹਾਂ? ਮੈਂ ਜਨਮ ਤੋਂ ਅੰਨਾ ਕਿਉਂ ਹਾਂ? ਕਹਿੰਦੇ ਧ੍ਰਿਤਰਾਸ਼ਟਰ ਜੀ, ਆਪਣੇ ਕਰਮਾਂ ਕਾਰਨ ਤੁਸੀਂ ਅੰਨੇ ਹੋਏ। ਕਹਿੰਦੇ ਮੈਨੂੰ ਕਿਵੇਂ ਵਿਸ਼ਵਾਸ ਆਵੇ? ਹੈ ਵੀ ਠੀਕ, ਆਮ ਬੰਦਾ ਤਾਂ ਇਹੀ ਕਹੂਗਾ ਮੈਨੂੰ ਕਿਵੇਂ ਵਿਸ਼ਵਾਸ ਆਵੇ। ਕ੍ਰਿਸ਼ਨ ਮਹਾਰਾਜ ਨੇ ਸਿਰ 'ਤੇ ਹੱਥ ਰੱਖਦਾ ਧ੍ਰਿਤਰਾਸ਼ਟਰ, ਪਿੱਛੇ ਨੂੰ ਪਿਛਲਾ ਜਨਮ, ਉਦੋਂ ਪਿਛਲਾ 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 ਕਰਦੇ 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 100 ਜਨਮ ਪਿੱਛੇ ਚਲੇ ਗਏ। ਕ੍ਰਿਸ਼ਨ ਮਹਾਰਾਜ ਨੇ ਰੀਲ ਰੋਕਤੀ। ਧ੍ਰਿਤਰਾਸ਼ਟਰ ਕੀ ਵੇਖਦਾ? 13-14 ਸਾਲਾਂ ਦਾ ਮੁੰਡਾ ਹੈ, ਹੋਰ ਮੁੰਡਿਆਂ ਨਾਲ ਰਲ ਕੇ ਜੰਗਲ ਵਿੱਚ ਡੰਗਰ ਚਾ ਰਿਹਾ ਹੈ। ਦਰਖਤ ਤੋਂ ਇੱਕ ਵੱਡਾ ਕਿਰਲਾ ਉਤਰਿਆ, ਜਿਹਨੂੰ ਪਿੰਡਾਂ 'ਚ ਕਹਿੰਦੇ ਸੀ ਕੋੜ ਕਿਰਲਾ, ਵੱਡਾ ਸਾਰਾ ਕਿਰਲਾ ਉਤਰਿਆ। ਧ੍ਰਿਤਰਾਸ਼ਟਰ ਨੇ ਕੱਪੜਿਆਂ ਨਾਲ ਉਸ ਨੂੰ ਫੜ ਲਿਆ ਹੈ। ਧ੍ਰਿਤਰਾਸ਼ਟਰ ਵੇਖ ਰਿਹਾ ਮੈਂ ਕੀ ਕਰ ਰਿਹਾ 100 ਜਨ ਪਹਿਲਾਂ, ਕੱਪੜੇ ਫੜ ਲਿਆ। ਇੱਕ ਕੰਡਾ ਤੋੜਿਆ ਹੈ, ਉਹ ਕਿਰਲੇ ਦੀਆਂ ਅੱਖਾਂ 'ਚ ਮਾਰਿਆ ਧ੍ਰਿਤਰਾਸ਼ਟਰ। ਜਦੋਂ ਦੇਖਿਆ ਨਾ ਆਪਣਾ ਸੀਨ, ਕਹਿੰਦਾ ਕ੍ਰਿਸ਼ਨ ਮੈਨੂੰ ਸਮਝ ਆ ਗਈ ਹੈ। ਕ੍ਰਿਸ਼ਨ ਮੇਰਾ ਹੱਥ ਚੱਕਦਾ, ਕਹਿੰਦਾ ਆ ਗਈ ਸਮਝ। 100 ਜਨਮ ਪਹਿਲਾਂ ਤੂੰ ਕਿਰਲੇ ਨੂੰ ਅੰਨਾ ਕੀਤਾ ਸੀ ਤਾਂ ਕਸੂਰ ਕੋਈ ਨਹੀਂ ਸੀ, ਤੂੰ ਸ਼ੁਗਲ ਵਜੋਂ ਉਹਨੂੰ ਅੰਨਾ ਕਰਤਾ। 100 ਜਨਮਾਂ ਬਾਅਦ ਇਸ ਕਰਮ ਦੀ ਵਾਰੀ ਆਈ, ਹੁਣ ਅੰਨਾ ਹੋਇਆ ਤੂੰ, ਹੁਣ ਅੰਨਾ ਹੋਇਆ। ਇਸ ਲਈ ਕਰਮ ਖਹਿੜਾ ਨਹੀਂ ਛੱਡਦੇ ਸਦੀਆਂ ਤੱਕ। 100 ਜਨਮ ਪਤਾ ਨਹੀਂ ਕਿੰਨੇ 100 ਸਾਲ ਲੰਘ ਗਏ ਹੋਣਗੇ। ਮਹਾਤਮਾ ਬੁੱਧ ਨੂੰ ਉਹਨਾਂ ਦੇ ਚੇਲਿਆਂ ਨੇ ਪੁੱਛਿਆ ਵੀ ਮਹਾਤਮਾ ਜੀ ਤੁਸੀਂ ਮੀਟ ਕਿਉਂ ਨਹੀਂ ਖਾਂਦੇ? ਕਹਿੰਦੇ ਮਹਾਰਾਜ ਜੀ ਉਹ ਕਹਿੰਦੇ ਭਾਈ ਮੈਨੂੰ ਤੇ ਪਤਾ ਹੈ। ਕਹਿੰਦੇ ਮਹਾਰਾਜ ਜੀ ਕੀ ਪਤਾ? ਕਹਿੰਦੇ 9 ਜਨਮ ਪਹਿਲਾਂ ਵੀ ਮੈਂ ਰਾਜਕੁਮਾਰ ਸੀ। ਮਹਾਤਮਾ ਬੁੱਧ ਰਾਜਕੁਮਾਰ ਸਨ। 9 ਜਨਮ ਪਹਿਲਾਂ ਵੀ ਮੈਂ ਰਾਜਕੁਮਾਰ ਸੀ। ਮੈਂ ਜਦੋਂ ਮੁਕਲਾਵਾ ਲੈਣ ਗਿਆ ਵਿਆਹ ਤੋਂ ਬਾਅਦ, ਤਾਂ ਮੇਰੇ ਸਹੁਰਿਆਂ ਨੇ ਮੈਨੂੰ ਬੱਕਰੇ ਦਾ ਮਾਸ ਖਵਾ ਦਿੱਤਾ। 9 ਜਨਮ ਹੋ ਗਏ ਮੈਨੂੰ ਬੱਕਰੇ ਦਾ ਜਨਮ ਲੈਂਦਿਆਂ, ਐਤਕੀ ਮੈਂ ਦੁਬਾਰਾ ਮਨੁੱਖ ਬਣਿਆ। ਮੈਂ ਬੱਕਰਾ ਮਾਰਿਆ ਨਹੀਂ ਸੀ, ਸਿਰਫ ਇੱਕ ਵਾਰੀ ਖਾਧਾ ਹੀ ਸੀ, ਅਤੇ ਮੈਨੂੰ 9 ਜਨਮ ਬੱਕਰਾ ਬਣਨਾ ਪਿਆ। ਹੁਣ ਜਾ ਕੇ ਮੇਰਾ ਖੜਾ ਛੁੱਟਿਆ, ਦੁਬਾਰਾ ਮੈਂ ਰਾਜਕੁਮਾਰ ਬਣ ਗਿਆ। ਇਸ ਲਈ ਮੈਨੂੰ ਗਿਆਨ ਹੈ, ਮੈਂ ਨਹੀਂ ਖਾਂਦਾ। ਕਬੀਰ ਸਾਹਿਬ ਗੰਗਾ ਨਦੀ ਦੇ ਕੰਢੇ 'ਤੇ ਬੈਠੇ ਨੇ, ਲੋਕ ਉੱਥੇ ਮੱਛੀਆਂ ਫੜ ਰਹੇ ਨੇ। ਕਬੀਰ ਸਾਹਿਬ ਤੁਸੀਂ ਮੱਛੀ ਨਹੀਂ ਖਾਂਦੇ? ਕਹਿੰਦੇ ਭਾਈ ਮੈਨੂੰ ਤਾਂ ਗਿਆਨ ਹੈ। ਕਹਿੰਦੇ ਕੀ ਗਿਆਨ ਹੈ? ਕਹਿੰਦੇ ਜੇ ਮੈਂ ਇੱਕ ਵਾਰ ਮੱਛੀ ਖਾਵਾਂਗਾ, ਮੈਨੂੰ ਇੱਕ ਜਨਮ ਮੱਛੀ ਦਾ ਲੈਣਾ ਪਏਗਾ, ਅਤੇ ਜੇ ਮੈਂ 50 ਵਾਰ ਉਮਰ 'ਚ ਮੱਛੀ ਖਾ ਲਈ, ਮੈਨੂੰ 50 ਜਨਮ ਤੇ ਮੱਛੀ ਦੇ ਲੈਣੇ ਪੈਣੇ ਨੇ, ਅਤੇ ਮੈਂ ਕੀ ਖੱਟਿਆ? ਇਸ ਲਈ ਮੈਂ ਨਹੀਂ ਖਾਂਦਾ। ਬਾਕੀ ਹੁਣ ਤੁਹਾਡੀ ਮਰਜ਼ੀ ਹੈ, ਆਪਾਂ ਵਾਪਸ ਆਉਣੇ। ਇਹ ਕਰਮ ਨਹੀਂ ਖੇੜਾ ਛੱਡਦੇ। ਜੋ ਹੋ ਗਿਆ ਪਿੱਛੇ ਹੋ ਗਿਆ, ਉਹ ਤਾਂ ਹੋ ਗਿਆ ਹੁਣ। ਹਾਂ, ਪਰਮਾਤਮਾ ਨੇ ਤਾਂ ਇੱਕ ਹੱਲ ਦਿੱਤਾ ਹੈ ਸਾਨੂੰ ਬੜਾ, ਕਿ ਜੋ ਹੋ ਗਿਆ ਹੋ ਗਿਆ। ਅੱਗੇ ਤੋਂ ਤੋਬਾ ਕਰੋ ਅਤੇ ਪਰਮਾਤਮਾ ਦਾ ਨਾਮ ਜਪਦੇ ਰਹੋ, ਜਪਦੇ ਰਹੋ, ਜਪਦੇ ਰਹੋ। ਕੀ ਪਤਾ ਕਿਸ ਦਿਨ ਪਰਮਾਤਮਾ ਤੁਹਾਡੀ ਭਜਨਬੰਦੀ ਦੇ ਖੁਸ਼ ਹੋ ਜਾਏ, ਤੁਹਾਡੇ ਸਾਰੇ ਮਗਰਲੇ ਕਰਮਾਂ 'ਤੇ ਕਾਂਟਾ ਲਾ ਦੇ, ਚੱਲ ਸਾਰੇ ਬਖਸ਼ੇ ਤੈਨੂੰ, ਫਿਰ ਮੁੱਕ ਸਕਦਾ, ਨਹੀਂ ਤਾਂ ਨਹੀਂ ਮੁੱਕਦਾ ਇਹ ਸਿਲਸਿਲਾ। ਤਾਂ ਹੋ ਸਕਦਾ ਵੀ ਜੇ ਬਖਸ਼ ਦੇਵੇ ਤਾਂ ਪਿਛਲੇ ਔਗਣ ਬਖਸ਼ ਲੈ, ਪ੍ਰਭਾਗੇ ਮਾਰਗ ਪਾਵਾ। ਉਹ ਬਖਸ਼ ਸਕਦਾ ਹੈ। ਉਹ ਬਖਸ਼ੇ ਦਾ ਤਾਂ ਹੀ ਜੇ ਅਸੀਂ ਤੋਬਾ ਕਰ ਦੇਂਗੇ ਵੀ ਅੱਗੇ ਤੋਂ ਨਹੀਂ ਕਰਦੇ, ਅਤੇ ਮੁੜ ਕੇ ਕਰਨਾ ਵੀ ਨਹੀਂ ਉਹ, ਅਤੇ ਭਜਨ ਬੰਦਗੀ ਕਰਦੇ ਰਹਿਣਾ, ਕਰਦੇ ਰਹਿਣਾ, ਕਰਦੇ ਰਹਿਣਾ ਸਾਲਾਂ ਬੱਧੀ। ਜਿਸ ਦਿਨ ਪਰਮਾਤਮਾ ਜਾਂ ਗੁਰੂ ਖੁਸ਼ ਹੋ ਗਏ, ਉਸ ਦਿਨ ਮਗਰਲੇ ਕਰਮਾਂ 'ਤੇ ਕਾਂਟਾ ਲਾ ਦੇਣਗੇ, ਖੜਾ ਛੁੱਟ ਜਾਏਗਾ। ਸੋ ਗੁਰੂ ਮਹਾਰਾਜ ਕਹਿੰਦੇ ਜਿਸ ਨੂੰ ਸਤਿਗੁਰ ਮੇਲੇ, ਸੋ ਗੁਣ ਰਵੈ,
ਗੁਣ ਆਖ ਵਖਾਣੀ। ਜਿਹਨੂੰ ਗੁਰੂ ਮਹਾਰਾਜ ਪਰਮਾਤਮਾ ਨਾਲ ਮਿਲਾਉਂਦੇ ਨੇ, ਉਹ ਫਿਰ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਹਦਾ ਨਾਮ ਜਪਦਾ ਹੈ, ਉਹ ਪਰਮਾਤਮਾ ਗੁਣਾਂ ਨੂੰ ਦੂਜਿਆਂ ਨੂੰ ਦੱਸਦਾ। ਫਿਰ ਆਖ ਵਖਾਣੀ ਬੋਲ ਬੋਲ ਕੇ ਦੂਜਿਆਂ ਨੂੰ ਦੱਸਦਾ ਹੈ ਕਿ ਭਾਈ ਪਰਮਾਤਮਾ ਦਾ ਨਾਮ ਜਪਿਆ ਕਰੋ, ਪਰਮਾਤਮਾ ਦਿਆਲੂ ਹੈ, ਫਿਰ ਤੁਹਾਡੇ 'ਤੇ ਦਇਆ ਕਰੇਗਾ, ਤੁਹਾਡੇ ਕਰਮਾਂ ਨੂੰ ਜੋ ਹੋ ਗਏ ਬਖਸ਼ ਦੇਗਾ। ਨਾਨਕ ਸੱਚਾ ਸੱਚ ਹੈ, ਬੁੱਝ ਸੱਚ ਸਮਾਣੀ। ਪਰਮਾਤਮਾ ਸੱਚਾ ਹੈ, ਸੱਚ ਪਰਮਾਤਮਾ ਸੱਚਾ ਹੈ, ਪਰਮਾਤਮਾ ਸੱਚਾ ਹੈ। ਅਸੀਂ ਤੇ ਕੂੜ ਹੈ ਨਾ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਅਸੀਂ ਤੇ ਕੂੜ ਹਾਂ, ਅਸੀਂ ਤੇ ਨਾਸ਼ਵਾਨ ਹਾਂ, ਪਰਮਾਤਮਾ ਸਦਾ ਰਹਿਣ ਵਾਲਾ ਹੈ। ਬਾਈਬਲ ਵੀ ਕਹਿੰਦੀ ਹੈ ਟਰੂਥ ਇਜ਼ ਐਵਰ ਗ੍ਰੀਨ। ਇੱਥੇ ਟਰੂਥ ਤੋਂ ਭਾਵ ਹੈ ਪਰਮਾਤਮਾ ਸਦਾ ਹੀ ਹਰਾ, ਸੱਚ ਸਦਾ ਹੀ ਹਰਾ ਰਹਿੰਦਾ ਹੈ, ਇੱਕ ਮਿਲਾਉਂਦਾ ਨਹੀਂ ਹੈ, ਸਦਾ ਹੀ ਹੈ। ਨਾਨਕ ਸੱਚਾ ਸੱਚ ਹੈ, ਬੁੱਝ ਸੱਚ ਸਮਾਣੀ। ਅਤੇ ਜਿਹੜਾ ਉਹਨੂੰ ਜਾਣ ਲੈਂਦਾ ਉਹ ਸੱਚ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਜਿਹੜਾ ਪਰਮਾਤਮਾ ਨੂੰ ਜਾਣ ਲਏਗਾ ਇੱਕ ਦਿਨ ਪਰਮਾਤਮਾ ਦੇ ਵਿੱਚ ਹੀ ਮਿਲ ਜਾਵੇਗਾ, ਉਹਦੇ ਵਿੱਚ ਸਮਾ ਜਾਏਗਾ। ਸ਼ਲੋਕ ਮਹਿਲਾ ਚੌਥਾ। ਹਰ ਸਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈਰ ਨਿਰੰਕਾਰ। ਹਰੀ ਜਿਹੜਾ ਹੈ ਸਤ ਹੈ, ਬਾਕੀ ਤਾਂ ਸਭ ਕੁਛ ਅਸਤ ਹੈ। ਸਤ ਹੁੰਦਾ ਜੋ ਸਦੀਵੀ ਹੈ। ਸੰਸਾਰ 'ਚ ਰੱਬ ਤੋਂ ਬਿਨਾਂ ਹੋਰ ਕੋਈ ਚੀਜ਼ ਸਦੀਵੀ ਨਹੀਂ ਹੈ। ਸਭ ਦੀ ਇੱਕ ਉਮਰ ਹੈ, ਉਹ ਭੋਗ ਕੇ ਚਲੇ ਜਾਣ। ਈਵਨ ਪੱਥਰਾਂ ਦੀ ਵੀ ਉਮਰ ਹੈ। ਜੋ ਅੱਜ ਹਿਮਾਲਾ ਪਰਬਤ ਹੈ, ਇਹ ਸਦਾ ਨਹੀਂ ਰਹੇਗਾ। ਅਤੇ ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਹਿਮਾਲਾ ਪਰਬਤ ਹੈ ਹੀ ਨਹੀਂ ਸੀ, ਇੱਥੇ ਸਮੁੰਦਰ ਹੁੰਦਾ ਸੀ। ਧਰਤੀ 'ਚ ਹਿਲਜੁਲ ਹੋਈ, ਧਰਤੀ ਦਾ ਕੁਝ ਹਿੱਸਾ ਉੱਪਰ ਨੂੰ ਉੱਠ ਗਿਆ। ਜਿਹੜਾ ਉੱਥੇ ਪਾਣੀ ਸੀ ਉਹ ਡੁੱਲ ਕੇ ਹੋਰ ਨੀਵੇਂ ਥਾਵਾਂ 'ਤੇ ਚਲਿਆ ਗਿਆ। ਜਿੱਥੇ ਚਲਿਆ ਗਿਆ ਉੱਥੇ ਅੱਜ ਸਮੁੰਦਰ ਹੈ। ਇਹ ਫਿਰ ਸਮਾਂ ਪਾ ਕੇ ਉਹ ਜਿਹੜੀ ਜ਼ਮੀਨ ਸੀ ਸਖਤ ਹੁੰਦੀ ਗਈ, ਹੁੰਦੀ ਗਈ, ਹੁੰਦੀ ਗਈ, ਉਹ ਪਹਾੜ ਦਾ ਰੂਪ ਧਾਰਨ ਕਰ ਗਈ। ਜੇ ਪਹਿਲਾਂ ਹਿਮਾਲਾ ਨਹੀਂ ਸੀ ਤਾਂ ਹੋ ਸਕਦਾ ਕੁਝ ਹਜ਼ਾਰ ਸਾਲਾਂ ਬਾਅਦ ਨਾ ਰਹੇ। ਐਸੀ ਧਰਤੀ ਉਥਲ ਪੁਥਲ ਹੋਵੇ। ਧਰਤੀ ਦੇ ਅੰਦਰ ਲਾਵਾ ਹੈ। ਲਾਵਾ ਜਿਹੜਾ ਹੈ ਕੋਸ਼ਿਸ਼ ਕਰਕੇ ਬਹੁਤ ਜ਼ਿਆਦਾ ਪਿਘਲੀ ਹੋਈ ਅੱਗ ਹੁੰਦੀ ਹੈ। ਉਹ ਜਿਵੇਂ ਕੋਈ ਬਹੁਤ ਗਾੜੀ ਚੀਜ਼ ਹੋਵੇ ਨਾ, ਇਸ ਤਰ੍ਹਾਂ ਉਹ ਪਿਘਲੀ ਹੋਈ ਅੱਗ ਹੁੰਦੀ ਹੈ। ਉਹ ਧਰਤੀ ਦੇ ਹੇਠ ਹੈ। ਉਹ ਜਦੋਂ ਜ਼ਿਆਦਾ ਭਾਫ਼ ਬਣਦੀ ਹੈ, ਉਹਦੀ ਗਰਮੈਸ਼, ਫਿਰ ਭਾਫ਼ ਜਿਹੜੀ ਹੈ ਧਰਤੀ ਨੂੰ ਹੇਠੋਂ ਧੱਕਾ ਮਾਰਦੀ ਹੈ। ਜੇ ਤਾਂ ਧਰਤੀ ਨਹੀਂ ਫਟੀ ਫਿਰ ਤਾਂ ਉਹਦਾ ਭੁਚਾਲ ਆ ਗਿਆ, ਧਰਤੀ ਹਿੱਲ ਗਈ। ਉਹਨੇ ਜਿਹਦੇ ਹੇਠ ਮਾਰਨ ਧੱਕਾ ਜ਼ੋਰ ਨਾਲ ਧਰਤੀ ਨੂੰ ਬਾਹਰ ਨਿਕਲਣ ਲਈ, ਧਰਤੀ ਫਟੀ ਨਹੀਂ, ਧਰਤੀ ਹਿੱਲਣ ਲੱਗ ਪਈ। ਜੇ ਧਰਤੀ ਫਟ ਜਾਵੇ, ਕਹਿੰਦੇ ਜਵਾਲਾਮੁਖੀ ਫਟ ਗਿਆ ਜੀ, ਅੱਗ ਬਾਹਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਅਤੇ ਐਂ ਅੱਗ ਰੁੜ ਰਹੀ ਹੁੰਦੀ ਹੈ, ਜਿਵੇਂ ਗਾੜੀ ਚੀਜ਼ ਕੋਈ ਰੁੜ ਰਹੀ ਹੁੰਦੀ, ਐਂ ਰੁੜ ਰਹੀ ਹੁੰਦੀ। ਇਸ ਲਈ ਪਤਾ ਨਹੀਂ ਕਿਸ ਵੇਲੇ ਧਰਤੀ ਦੇ ਹੇਠਾਂ ਕੋਈ ਹਿਲ ਜੁਲ ਹੋ ਕੇ ਹੁਣ ਦਾ ਨਕਸ਼ੇ ਸਾਰਾ ਬਦਲ ਕੇ ਰੱਖਦੇ, ਕੁਝ ਪਤਾ ਨਹੀਂ ਹੈ। ਇਹ ਜਿੰਨੇ ਸਾਡੇ ਹੈਗੇ ਮਹਾਂਦੀਪ, ਜਿਵੇਂ ਏਸ਼ੀਆ ਮਹਾਂਦੀਪ, ਅਫਰੀਕਾ ਮਹਾਂਦੀਪ, ਯੂਰਪ ਮਹਾਂਦੀਪ, ਜਿਹੜਾ ਉੱਤਰੀ ਅਮਰੀਕਾ ਮਹਾਂਦੀਪ, ਦੱਖਣੀ ਅਮਰੀਕਾ, ਜਿੰਨੇ ਮਹਾਂਦੀਪ ਨੇ, ਇਹ ਕਈ ਵਾਰੀ ਚੱਲਦੇ ਰਹਿੰਦੇ ਹੇਠੋਂ ਅੰਦਰ ਚੱਲਦੇ ਰਹਿੰਦੇ ਨੇ। ਜੇ ਕਿਤੇ ਇਹਨਾਂ ਦੀ ਟੱਕਰ ਹੋ ਗਈ ਆਪਸ 'ਚ, ਪਤਾ ਨਹੀਂ ਫਿਰ ਕੀ ਕੁਛ ਹੋ ਜਾਏਗਾ। ਇਸ ਲਈ ਕੁਝ ਵੀ ਸਦੀਵੀ ਨਹੀਂ ਹੈ। ਪਰਮਾਤਮਾ ਤੋਂ ਬਿਨਾਂ ਉਹਦੀ ਬਣਾਈ ਹੋਈ ਚੀਜ਼ ਕੋਈ ਸਦੀਵੀ ਨਹੀਂ ਹੈ। ਹਰ ਇੱਕ ਦੀ ਉਮਰ ਹੈ, ਉਸ ਨੇ ਸਮਾਂ ਪਾ ਕੇ ਖਤਮ ਹੋਣਾ ਹੀ ਹੋਣਾ ਹੈ। ਇਸ ਲਈ ਕਹਿੰਦਾ ਹਰ ਸਤ, ਹਰੀ ਸਤ ਹੈ, ਸਦੀਵੀ ਹੈ, ਨਿਰੰਜਨ,
वो माया तो निर्लेप है, अमर है, वो मरदा नहीं है। क्योंकि मरदा कौन है? जो जम्मे। जिसने जन्म लिया उन्हें मरना ही मरना है, चाहे पैगंबर बन के आए, गुरु बन के आए, पीर बन के आए, कुछ भी बन के आए, क्योंकि उन्हें जन्म लिया है इसलिए मरना। परमात्मा ने जन्म ही नहीं लिया इसलिए वो मरना की, इसलिए वो अमर है। निरभव है, उन्होंने किसी का डर ही नहीं है, उन्होंने किसी का कोई डर नहीं है। निर्वैर है क्योंकि सारा बनाया ही उसने, इसलिए उसका किसी ने वैर भी नहीं। माँ बाप का अपने बच्चों ਨਾਲ वैर नहीं ਹੁੰਦਾ, ਉਹਨਾਂ ਨੂੰ ਕਈ ਵਾਰੀ ਸੁਧਾਰ ਲਈ ਕੁੱਟਦੇ ਮਾਰਦੇ ਨੇ। ਜਿਵੇਂ ਟੀਚਰ ਦਾ ਕੋਈ ਵਿਦਿਆਰਥੀਆਂ ਨਾਲ ਵੈਰ ਨਹੀਂ ਹੁੰਦਾ, ਹਾਂ ਕਈ ਵਾਰੀ ਵੱਧ ਘੱਟ ਲੱਗ ਸਕਦੀ ਬੱਚੇ ਨੂੰ, ਕਈ ਵਾਰੀ ਹਾਂ ਕਈ ਵਾਰੀ ਬੱਚੇ ਨੂੰ ਮੈਂ ਮੰਨ ਲਓ ਥੱਪੜ ਮਾਰ ਲਾਂਗੇ ਬੱਚੇ ਨੂੰ, ਅੱਗੇ ਇੱਧਰ ਨੂੰ ਕਿਤੇ ਹਿੱਲ ਗਿਆ ਹੈ, ਉਹਦੀ ਅੱਖ 'ਤੇ ਉਹ ਵੱਜ ਸਕਦਾ ਹੈ। ਮੇਰੀ ਭਾਵਨਾ ਉਹਦੀ ਕੋਈ ਅੱਖ ਤੋੜਨ ਦੀ ਨਹੀਂ, ਪਰ ਹੋ ਗਿਆ। ਪਰਮਾਤਮਾ ਦਾ ਕਿਸੇ ਨਾਲ ਵੈਰ ਹੀ ਨਹੀਂ ਹੈਗਾ, ਉਹ ਤਾਂ ਨਿਰਵੈਰ ਹੈ ਕਿਉਂਕਿ ਸਾਰਾ ਉਹਨੇ ਬਣਾਇਆ ਹੋਇਆ। ਵੈਰ ਤਾਂ ਬਗਾਨੇ ਨਾਲ ਹੁੰਦਾ ਹੈ, ਆਪਣੇ ਨਾਲ ਕਾਹਦਾ ਵੈਰ ਹੈ? ਇਸ ਲਈ ਉਹ ਨਿਰਵੈਰ ਹੈ, ਨਿਰੰਕਾਰ ਹੈ, ਉਹਦਾ ਆਕਾਰ ਹੀ ਕੋਈ ਨਹੀਂ। ਆਕਾਰ ਨੇ ਤਾਂ ਮਰਨਾ ਹੀ ਮਰਨਾ, ਜਿਸ ਦਾ ਆਕਾਰ ਹੈ ਨਾ ਉਹਨੇ ਕਿਸੇ ਨਾ ਕਿਸੇ ਦਿਨ ਮਰਨਾ ਹੀ ਮਰਨਾ ਹੈ, ਉਹਦਾ ਆਕਾਰ ਹੀ ਕੋਈ ਨਹੀਂ ਹੈ। ਜਿਨ ਜਪਿਆ ਇੱਕ ਮਨ ਇੱਕ ਚਿੱਤ, ਤਿਨ ਲੱਥਾ ਹਉਮੈ ਭਾਰ। ਜਿਨ੍ਹਾਂ ਨੇ ਵੀ ਇੱਕ ਮਨ ਇੱਕ ਚਿੱਤ ਹੋ ਕੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਅੰਦਰ ਹਉਮੈ ਖਤਮ ਹੋ ਗਏ। ਹਉਮੈ ਹੀ ਨਹੀਂ ਸੀ ਸਾਨੂੰ ਮਿਲਣ ਦਿੰਦੇ ਪਰਮਾਤਮਾ ਨਾਲ। ਜਿਹੜਾ ਬੰਦਾ ਹਉਮੈ ਕਰਦਾ ਉਹ ਪਰਮਾਤਮਾ ਦਾ ਸ਼ਰੀਕ ਹੈ। ਉਹ ਕਹਿੰਦਾ ਜਿਸ ਚੀਜ਼ ਦੀ ਤੂੰ ਹਉਮੈ ਕਰਦਾ ਇਹ ਤੇ ਮੈਂ ਕੀਤੀ ਹੈ, ਇਹ ਤੇ ਮੈਂ ਤੈਨੂੰ ਦਿੱਤੀ ਹੈ, ਅਤੇ ਤੂੰ ਆਪਣੀ ਸਮਝੀ ਬੈਠਾ ਉਸ ਨੂੰ। ਇਸ ਲਈ ਹਉਮੈ ਨਾਵੇਂ ਨਾਲ ਵਿਰੋਧ ਹੈ। ਹਉਮੈ ਦਾ ਅਤੇ ਪਰਮਾਤਮਾ ਦਾ ਵਿਰੋਧ ਹੈ, ਇੱਕੋ ਥਾਂ ਨਹੀਂ ਹੋ ਸਕਦੇ। ਜਿੱਥੇ ਪਰਮਾਤਮਾ ਹੋਏਗਾ ਉੱਥੇ ਹਉਮੈ ਨਹੀਂ ਹੋਏਗੀ, ਜਿੱਥੇ ਹਉਮੈ ਹੋਏਗੀ ਉੱਥੇ ਉਹ ਨਹੀਂ ਹੁੰਦਾ। ਇਸ ਲਈ ਉਹਦਾ ਹਉਮੈ, ਉਹਦੀ ਹਉਮੈ ਖਤਮ ਹੋ ਜਾਂਦੀ ਹੈ ਕਿ ਨਾਮ ਜਪਿਆ, ਅੰਦਰ ਗਿਆਨ ਹੋਈ ਗਿਆ। ਨਾਮ ਨੇ ਸਾਡੀ ਸੁਰਤ ਆਪਣੇ ਆਪ ਹੀ ਉੱਚੇ ਕਰਦੇ ਜਾਣਾ ਹੈ। ਸੁਰਤ ਉੱਚੀ ਹੁੰਦੀ ਗਈ, ਗਿਆਨ ਹੋਈ ਗਿਆ, ਹੁੰਦੀ ਗਈ ਗਿਆਨ ਹੋਈ ਗਿਆ, ਹੁੰਦੀ ਉੱਚੀ ਹੁੰਦੀ ਗਈ ਗਿਆਨ ਹੋਈ ਗਿਆ ਹੈ। ਕਿ ਤਾਂ ਸਭ ਕੁਛ ਉਹਦੇ ਹੁਕਮ ਨਾਲ ਹੋ ਰਿਹਾ ਹੈ। ਜਿਨ ਗੁਰਮੁਖ ਹਰਿ ਆਰਾਧਿਆ, ਤਿਨ ਸੰਤ ਜਨਾ ਜੈਕਾਰ। ਉਹ ਸੰਤ ਜਨ ਜਿਨ੍ਹਾਂ ਨੇ ਗੁਰੂ ਦੇ ਆਖੇ ਲੱਗ ਕੇ ਪਰਮਾਤਮਾ ਦੀ ਅਰਾਧਨਾ ਕੀਤੀ, ਗੁਰਮੁਖ ਬਣ ਕੇ, ਤਿੰਨ ਸੰਤ ਜਨਾ ਜੈਕਾਰ, ਉਹਨਾਂ ਸੰਤਾਂ ਦੀ ਜੈ ਜੈਕਾਰ ਹੁੰਦੀ ਹੈ। ਪਰਮਾਤਮਾ ਕਹਿੰਦੇ ਜਿਹੜਾ ਮੇਰੀ ਵਡਿਆਈ ਕਰੇਗਾ ਮੈਂ ਸੰਸਾਰ ਤੋਂ ਉਸ ਦੀ ਵਡਿਆਈ ਕਰਾ ਦਾਂਗਾ, ਬਸ ਇਸ ਲਈ ਜੈ ਜੈਕਾਰ ਹੁੰਦੀ ਹੈ। ਨਾਮ ਜਪਣ ਵਾਲੇ ਦੀ ਇਸ ਲਈ ਜੈ ਜੈਕਾਰ ਹੁੰਦੀ। ਪਰਮਾਤਮਾ ਕਹਿੰਦਾ ਅੱਛਾ ਤੂੰ ਮੇਰੀ ਵਡਿਆਈ ਕਰਦਾ, ਮੈਂ ਤੇਰੀ ਕਰਾ ਦਿੰਦਾ। ਪਰਮਾਤਮਾ ਸਵਾਰਥੀ ਨਹੀਂ ਵੀ ਬਸ ਮੇਰੀ ਵਡਿਆਈ ਕਰੀ ਜਾਓ ਨਾ। ਉਹ ਕਹਿੰਦੇ ਤੁਸੀਂ ਮੇਰੀ ਵਡਿਆਈ ਕਰ ਦਿਓ, ਲਓ ਮੈਂ ਤੁਹਾਡੇ ਕਾਰਜ ਸਵਾਰਦਾ, ਤੁਹਾਡੀ ਥਾਂ 'ਤੇ ਖੜ੍ਹ ਕੇ ਮੈਂ ਤੁਹਾਡਾ ਕੰਮ ਕਰਾਂਗਾ। ਹੋਰ ਬੋਲ, ਤੂੰ ਮੇਰਾ ਨਾਮ ਜਪਦਾ ਨਾ, ਤੇਰੀ ਥਾਂ 'ਤੇ ਮੈਂ ਜਾਊਂ ਕੰਮ ਕਰਨ। ਸੈਨ ਨਾਈ ਦੇ ਗਿਆ, ਉਹਦੀ ਥਾਂ 'ਤੇ ਗਿਆ ਕੰਮ ਕਰਨ। ਚੰਦ ਹਾਲਾ ਕਹਿੰਦਾ ਮੇਰਾ ਇੰਨਾ ਪਿਆਰਾ ਹੈ, ਅਤੇ ਪਰਮਾਤਮਾ ਪਿਆਰ ਦੇ ਵਸ 'ਚ ਹੈ। ਇਸ ਲਈ ਪਿਆਰ ਦੇ ਵਸ 'ਚ ਉਹ ਫਿਰ ਆਪਣੇ ਪਿਆਰੇ ਲਈ ਆਪਣੇ ਆਪ ਹੀ ਕਰ ਦਿੰਦਾ। ਪਿਆਰਿਆਂ ਦੇ ਬਾਅਦ 'ਚ ਪਤਾ ਲੱਗਦਾ ਵੀ ਹੈ ਅੱਛਾ ਵੀ ਆਹ ਕਰਤਾ ਪਰਮਾਤਮਾ ਨੇ, ਮੈਂ ਤਾਂ ਇੱਥੇ ਗਿਆ ਹੀ ਨਹੀਂ ਸੀ, ਮੈਂ ਤਾਂ ਕੀਤੇ ਹੀ ਨਹੀਂ ਸੀ। ਉਹ ਕਹਿ ਰਿਹਾ ਰਾਜਾ ਕਹਿ ਰਿਹਾ ਸੈਣ ਤੂੰ ਰਾਤੀ ਐਸੀ ਮੇਰੀ ਪਿੱਠ ਬਲੀ, ਮੈਂ ਤੰਦਰੁਸਤ ਹੋ ਗਿਆ। ਕਹਿੰਦੇ ਰਾਜਨ ਮੈਂ ਤੇ ਆਈ ਨਹੀਂ ਰਾਤੀ,
ਸਾਡੇ ਤੇ ਸਤ ਸੰਗਤ ਹੋ ਰਹੀ ਸੀ, ਮੈਂ ਤਾਂ ਉਸ 'ਚ ਹੀ ਲੱਗਾ ਰਿਹਾ ਸਾਧੂ ਦੀ ਸੇਵਾ 'ਚ। ਮੈਂ ਤੇ ਤੁਹਾਡੀ ਸੇਵਾ ਕਰਨੀ ਆ ਨਹੀਂ। ਕਹਿੰਦੇ ਸੈਣ ਤੂੰ ਆਇਆ ਸੀ, ਤੂੰ ਐਸਾ ਮੇਰੀ ਪਿੱਠ ਮਲੀ, ਮੈਂ ਕਈ ਸਾਲਾਂ ਜਿਹੜਾ ਦਰਦ ਸੀ ਸਾਰਾ ਠੀਕ ਹੋ ਗਿਆ ਹੈ। ਰਾਜਾ ਵੀ ਹੈਰਾਨ ਹੈ ਕਿ ਸੈਨ ਕਹਿ ਰਿਹਾ ਮੈਂ ਨਹੀਂ ਆਇਆ, ਤੇ ਸੈਨ ਵੀ ਹੈਰਾਨ ਹੈ ਕਿ ਰਾਜਾ ਕਹਿੰਦਾ ਤੂੰ ਆਇਆ, ਤੇ ਫਿਰ ਕੌਣ ਆਇਆ? ਫਿਰ ਪਰਮਾਤਮਾ ਆਇਆ। ਤੇ ਜੇ ਪਰਮਾਤਮਾ ਕਿਸੇ ਦੀ ਪਿੱਠ ਮਲ ਜਾਏਗਾ, ਠੀਕ ਕਿਵੇਂ ਨਾ ਹੋਵੇ? ਠੀਕ ਕਿਵੇਂ ਨਾ ਹੋਵੇ? ਲੋਕ ਸਾਧੂਆਂ ਤੋਂ ਸਿਰ ਤੇ ਹੱਥ ਕਿਉਂ ਉਤਰਾਉਂਦੇ ਨੇ ਜੀ? ਕੋਈ ਗੱਲ ਹੋਣੀ ਹੈ ਨਾ, ਅੱਗੇ ਸਿਰ ਨੀਵਾਂ ਕਰਦੇ ਨੇ ਵੀ ਕਿਸੇ ਤਰ੍ਹਾਂ ਸਾਡੇ ਸਿਰ ਤੇ ਹੱਥ ਧਰ ਦੇਣ। ਕਿਉਂ? ਉਹਨਾਂ ਦੀ ਕਮਾਈ ਹੀ ਇੰਨੀ ਹੁੰਦੀ ਹੈ ਕਿ ਉਹ ਜਿਹੜਾ ਹੱਥ ਵਿੱਚ ਰਿਧੀਆਂ ਸਿੱਧੀਆਂ ਹੁੰਦੀਆਂ ਨੇ, ਬਸ ਜੋ ਕਹਿ ਕੇ ਧਰਤਾ ਹੋ ਜਾਣਾ, ਬਸ ਕਮਾਈ ਹੀ ਇੰਨੀ ਹੁੰਦੀ ਹੈ। ਅੰਗ ਅੰਗ ਦੇ ਵਿੱਚ ਨਾਮ ਹੁੰਦਾ ਉਹਨਾਂ ਦੇ, ਇਸੇ ਲਈ ਤਾਂ ਰੋਮ ਰੋਮ ਹਰਤਿਆ ਹੋਇਆ। ਇੱਕ ਐਸਾ ਸਮਾਂ ਹੁੰਦਾ ਕਿ ਉਹ ਨਹੀਂ ਧਿਆਰਿਆ ਹੁੰਦਾ, ਹਰ ਰੋਮ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਨਿਕਲ ਰਹੀ ਹੁੰਦੀ ਹੈ। ਆਪਣੇ 'ਚੋਂ ਵੀ ਨਿਕਲ ਰਹੀ ਹੁੰਦੀ ਹੈ, ਹਰ ਇੱਕ ਦੇ ਵਿੱਚੋਂ ਨਿਕਲਦੀ ਸੁਣਦੀ ਹੈ। ਸਵਾਮੀ ਰਾਮ ਜੀ ਹੋਏ ਸੰਤ ਬਰਿਆਮ ਸਿੰਘ ਦੇ ਮਿੱਤਰ, ਕਹਿੰਦੇ ਇੱਕ ਦਿਨ ਮੈਂ ਲੇਟਿਆ ਹੋਇਆ ਸੀ ਆਪਣੇ ਲਾਉਣ ਘਾਹ 'ਚ, ਇੱਕ ਵੱਖੀ ਪਰਨੇ, ਮੈਨੂੰ ਘਾਹ ਦੇ ਵਿੱਚੋਂ ਰਾਮ 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 ਸੁਣਨਾ ਸ਼ੁਰੂ ਹੋ ਗਿਆ। ਕਹਿੰਦੇ ਬੜਾ ਹੈਰਾਨ ਹੋਇਆ ਮੈਂ ਪਾਸਾ ਪਲਟਿਆ, ਦੂਜੇ ਪਾਸੇ ਕਰਨ ਕੀਤਾ, ਉਸ 'ਚ ਵੀ ਰਾਮ 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 ਸੁਣੇ। ਮੈਂ ਕਹਿੰਦਾ ਉੱਠ ਖੜਾ ਹੋਇਆ, ਮੈਂ ਦਰਖਤ ਨਾਲ ਕੰਨ ਲਾਇਆ, ਉਸ 'ਚ ਨਿਕਲੇ ਰਾਮ 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 ਰਾਮ। ਮੈਂ ਕੰਧ ਨਾਲ ਕਹਿੰਦੇ ਕੰਨ ਲਾਇਆ, ਉਸ 'ਚ ਨਿਕਲੇ ਰਾਮ ਰਾਮ ਰਾਮ। ਮੈਂ ਆਪਣਾ ਹੱਥ ਕੰਨ ਨਾਲ, ਹੱਥ 'ਚੋਂ ਰਾਮ 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 ਸੁਣੇ। ਕਹਿੰਦੇ ਕਿਉਂਕਿ ਆਪਣੇ ਅੰਦਰ ਸੁਣਨ ਲੱਗਿਆ, ਸਭ ਪਾਸੇ ਰਾਮ ਸੁਣਦਾ ਹੈ। ਜਦੋਂ ਅੰਦਰ ਪਰਮਾਤਮਾ ਦੇ ਦਰਸ਼ਨ ਹੋਗੇ ਨਾ, ਸਭ ਦੇ ਵਿੱਚੋਂ ਪਰਮਾਤਮਾ ਦਿਸੂਗਾ। ਫਿਰ ਜਾ ਕੇ ਉੱਥੇ ਜਾ ਕੇ ਬੰਦਾ ਕਹਿੰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਦੋਂ ਪਹਿਲਾਂ ਗੱਲ ਸਮਝ ਨਹੀਂ ਆਉਂਦੀ, ਜਾਂ ਇਸ ਗੱਲ ਜਿਹੜੀ ਮੈਂ ਤੁਹਾਨੂੰ ਸੁਨੇਹੇ 'ਚ ਵਿਸ਼ਵਾਸ ਹੋਵੇ 100% ਕਿ ਜਦੋਂ ਕਿਸੇ ਨੂੰ ਆਪਣੇ ਅੰਦਰ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ, ਸਭ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਹੋਏ, ਚਾਹੇ ਕੁੱਤਾ ਹੈ, ਬਿੱਲੀ ਹੈ, ਚੂਹਾ ਹੈ, ਸੱਪ ਹੈ, ਕੋਈ ਵੀ ਹੈ। ਇਹੀ ਕਾਰਨ ਹੈ ਕਿ ਸੱਪ ਭਾਵੇਂ ਸਾਧੂ ਦੇ ਕੋਲ ਬੈਠਾ ਹੋਵੇ, ਸੱਪ ਸਾਧੂ ਨੂੰ ਨਹੀਂ ਲੜੇਗਾ। ਜਿਹੜਾ ਰੱਬ ਸਾਧੂ 'ਚ ਬੈਠਾ, ਉਹ ਸੱਪ 'ਚ ਵੀ ਬੈਠਾ। ਅਤੇ ਰੱਬ ਨੇ ਰੱਬ ਨੂੰ ਕੀ ਕਹਿਣਾ? ਉਹਨੇ ਕਹੇਗਾ ਕੁਛ, ਸ਼ੇਰ ਕੁਛ ਨਹੀਂ ਕਹੇਗਾ। ਸ਼ੇਰ ਸਗੋਂ ਬੈਠੇ ਹੁੰਦੇ ਨੇ। ਸਾਧੂ ਕੋਲੇ ਬੱਕਰੀ ਵੀ ਬੈਠੀ ਹੈ, ਸਾਧੂ ਕੋਲੇ ਕੁੱਤਾ ਵੀ ਬੈਠਾ ਹੈ, ਸਾਧੂ ਕੋਲੇ ਸ਼ੇਰ ਵੀ ਬੈਠਾ ਹੈ। ਤਿੰਨਾਂ ਦੀ ਆਪਸ 'ਚ ਨਹੀਂ ਬਣਦੀ ਹੈ ਨਾ। ਪਰ ਨਹੀਂ, ਸ਼ੇਰ ਨਾ ਕੁੱਤੇ ਨੂੰ ਕੁਛ ਕਹਿ ਰਿਹਾ, ਨਾ ਬੱਕਰੀ ਨੂੰ ਕੁਛ ਕਹਿ ਰਿਹਾ ਹੈ। ਅਤੇ ਜੇ ਸਾਧੂ ਨੇ ਕਈ ਬੱਕਰੀਆਂ ਰੱਖਣੀਆਂ ਤਾਂ ਸ਼ੇਰ ਦੀ ਡਿਊਟੀ ਲਾ ਦਿੰਦਾ, ਜਾ ਇਹਨਾਂ ਨੂੰ ਚਾਰ ਕੇ ਲਿਆ, ਲੈ ਜਾ ਉੱਥੇ ਘਾਹ 'ਚ, ਜਦੋਂ ਰਾਜੇ ਨੇ ਵਾਪਸ ਲੈ ਆਈ। ਉਹਦੀ ਆਗਿਆ 'ਚ ਹੁੰਦਾ ਹੈ। ਇਹ ਸਾਰੀ ਕੁਦਰਤ ਬ੍ਰਹਮ ਗਿਆਨੀ ਦੀ ਆਗਿਆ 'ਚ ਹੋ ਜਾਂਦੀ ਹੈ। ਬ੍ਰਹਮ ਗਿਆਨੀ ਪੱਥਰ ਨੂੰ ਕਹਿ ਦੇ ਐ ਨਰਮ ਹੋ ਜਾ, ਪੱਥਰ ਨੂੰ ਉਸ ਵੇਲੇ ਨਰਮ ਹੋ ਜਾਣਾ ਹੈ। ਗੁਰੂ ਨਾਨਕ ਕਹਿ ਧੰਨ ਕਰਤਾਰ, ਜਦੋਂ ਪੱਥਰ ਵੱਲ ਵੇਖੇ ਪੰਜਾ ਸਭ ਕਹਿ ਧੰਨ ਕਰਤਾਰ, ਪੱਥਰ ਹੀ ਨਰਮ ਹੋ ਗਏ। ਉੱਥੇ ਹੀ ਰੁਕ ਗਿਆ, ਅੱਜ ਤੱਕ ਰੁਕਿਆ ਪੰਜਾ, ਅੱਜ ਤੱਕ ਵੀ ਛਪਿਆ ਹੋਇਆ ਹੈ। ਨਾਮ ਦੇ ਵਿੱਚ ਕਿਤਨੀ ਸ਼ਕਤੀ ਹੈ। ਕਦੇ ਕਦੇ ਬੈਠ ਕੇ ਅੰਦਾਜ਼ਾ ਲਾਇਆ ਕਰੋ, ਫਿਰ ਤੁਹਾਡਾ ਨਾਮ ਜਪਣ ਨੂੰ ਜੀ ਕਰੇਗਾ ਵੀ ਯਾਰ ਕਿਆ ਨਾਮ ਦੀਆਂ ਬਾਤਾਂ ਨੇ। ਵੀ ਸਾਡੀ ਥਾਂ 'ਤੇ ਰੱਬ ਜਾ ਕੇ ਕੰਮ ਕਰ ਰਿਹਾ ਹੈ। ਨਾਮ ਜਪਿਆ ਕਰੋ, ਚਲੋ ਰੱਬ ਨਾਮ ਵੀ ਮਿਲੇਗਾ। ਨਾਮ ਜਪਣ ਦੇ ਹੋਰ ਜਿੰਨੇ ਫਾਇਦੇ ਨੇ ਉਹ ਤਾਂ ਮਿਲੀ ਜਾਣਗੇ ਨਾ। ਚਲੋ ਮੰਨਿਆ ਰੱਬ ਇਸ ਜਨਮ 'ਚ ਨਹੀਂ ਮਿਲਿਆ, ਅੱਗੇ ਸਹੀ, ਕਿਉਂਕਿ ਅਸੀਂ ਨਾਮ ਜਪਿਆ ਹੈ, ਸਾਨੂੰ ਅਗਲੇ ਜਨਮ ਦੇ ਵਿੱਚ ਨਾਮ ਜਪਣ ਵਾਲੇ ਪਰਿਵਾਰ 'ਚ ਪੈਦਾ ਕੀਤਾ ਜਾਵੇਗਾ। ਜਪ ਬਈ, ਨਹੀਂ ਵੀ ਉਸ ਪਰਿਵਾਰ 'ਚ ਪੈਦਾ ਕੀਤਾ ਜਾਵੇਗਾ ਤਾਂ ਵੀ ਤੁਸੀਂ ਨਾਮ ਜਪੋਗੇ, ਤਾਂ ਵੀ ਨਾਮ ਜਪੋਗੇ। ਮੈਂ ਪਹਿਲੀ 'ਚ ਪੜ੍ਹਦਾ ਸੀ, ਜੋਤਸ਼ੀ ਹੈ ਸਾਡੇ ਘਰ, ਸਾਡਾ ਪਿਤਾ ਪੁਰਖੀ ਜੋਤਸ਼ੀ ਸੀ।
ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਸੀ। ਮੇਰੇ ਪਿਤਾ ਨੇ ਕਹਿੰਦਾ ਇਹ ਤੁਹਾਡਾ ਕੀ ਲੱਗਦਾ? ਕਹਿੰਦੇ ਮੇਰਾ ਲੜਕਾ ਹੈ ਜੀ। ਕਹਿੰਦੇ ਇਹ ਵੱਡਾ ਹੋ ਕੇ ਭਜਨ ਬੰਦਗੀ ਕਰੇਗਾ। ਇਹ ਤੁਹਾਡਾ ਮੁੰਡਾ ਵੱਡਾ ਹੋ ਕੇ ਭਜਨ ਬੰਦਗੀ ਕਰੇਗਾ। ਪਹਿਲੇ ਹੀ ਸਭ ਕੁਝ ਲਿਖਿਆ ਹੋਇਆ ਹੈ, ਲਿਖਿਆ ਹੋਇਆ। ਦੇਸੀ ਸ਼ਰਾਬ ਕੱਢਣ ਵਾਲੇ ਦੇ ਘਰ ਪੈਦਾ ਹੋਇਆ, ਪੀਣ ਖਾਣ ਵਾਲੇ ਦੇ ਘਰ ਪੈਦਾ ਹੋਇਆ, ਅਤੇ ਆਪ ਟੋਟਲ ਵੈਸ਼ਨੂੰ ਹੋਇਆ। ਫਿਰ ਪਰਮਾਤਮਾ ਇਹ ਕਰਾਉਣਾ ਸੀ ਨਾ ਕੰਮ, ਫਿਰ ਉਸ ਤਰ੍ਹਾਂ ਇੱਕ ਕਰਤਾ ਉਹਨੇ। ਇਹ ਨਹੀਂ ਹੁੰਦਾ ਕੋਈ ਜ਼ਰੂਰੀ ਕਿ ਤੁਸੀਂ ਜਿਹੜਾ ਹੈ ਗੁਰਮੁਖ ਪਰਿਵਾਰ 'ਚ ਪੈਦਾ ਹੋ ਕੇ ਜ਼ਰੂਰ ਗੁਰਮੁਖ ਹੋ ਜਾਏਗਾ, ਐਸਾ ਨਹੀਂ ਹੈ। ਗੁਰਮੁਖਾਂ ਦੇ ਕਈ ਵਾਰੀ ਨਾਸਤਕ ਜਵਾਕ ਜੰਮ ਪੈਂਦੇ ਨੇ, ਅਤੇ ਨਸ਼ਈਆਂ ਦੇ ਘਰ ਕਈ ਵਾਰੀ ਵੈਸ਼ਨੂੰ ਬੱਚੇ ਜੰਮ ਪੈਂਦੇ ਨੇ। ਕਿਉਂਕਿ ਬੱਚਾ ਆਪਣੀ ਕਿਸਮਤ ਲਿਖਾ ਕੇ ਲਿਆਇਆ ਹੈ। ਠੀਕ ਹੈ, ਉਸ ਪਰਿਵਾਰ ਨਾਲ ਉਹਦੇ ਸੰਯੋਗ ਸਨ ਪਿਛਲੇ ਜਨਮਾਂ ਦੇ, ਉਸ ਪਰਿਵਾਰ 'ਚ ਉਹਨੇ ਜਨਮ ਲੈ ਲਿਆ ਹੈ, ਪਰ ਉਹਦੇ ਆਪਣਾ ਸੁਭਾਅ, ਉਹਦੀਆਂ ਆਦਤਾਂ, ਉਹਦੇ ਕੰਮ ਉਹ ਬਾਕੀ ਪਰਿਵਾਰ ਤੋਂ ਵੱਖਰੇ ਹੁੰਦੇ ਹਨ। ਤੁਸੀਂ ਬੱਚੇ ਨੂੰ ਜਨਮ ਦਿੰਦੇ ਹੋ, ਪਾਲਣ ਪੋਸ਼ਣ ਦੀ ਤੁਹਾਡੀ ਡਿਊਟੀ ਲੱਗੀ ਹੋਈ ਹੈ, ਪਰ ਤੁਸੀਂ ਬੱਚੇ ਦੀ ਕਿਸਮਤ ਨਹੀਂ ਬਣਾ ਸਕਦੇ। ਜਿਸ ਬੱਚੇ ਦੀ ਚੰਗੀ ਕਿਸਮਤ ਹੈ ਉਹ ਤੁਹਾਡੇ ਘਰ ਪੈਦਾ ਕੀਤੇ ਘਰੋਂ ਪਾਲਣਾ ਪੋਸ਼ਣ ਹੋਵੇ। ਜਿਹਦੀ ਮਾੜੀ ਕਿਸਮਤ ਹੈ ਉਹ ਨਖਿੱਧ ਦੇ ਘਰ, ਗਰੀਬਾਂ ਦੇ ਘਰ ਉਹਨੂੰ ਪੈਦਾ ਕਰ ਦੇ ਕੇ ਜਾਵੇ, ਭੋਗੀ ਜਾ। ਜਿਹਦੇ ਭਾਗਾਂ 'ਚ ਅਮੀਰੀ ਲਿਖੀ ਹੋਈ ਹੈ ਉਹ ਕਰੋੜਪਤੀ ਦੇ ਘਰ ਉਸਨੂੰ ਪੈਦਾ ਕਰ ਦੇਗਾ, ਜੰਮਦੇ ਹੀ ਅਮੀਰ ਹੈ। ਅਤੇ ਇੱਕ ਝੌਂਪੜੀ ਵਾਲੇ ਦੇ ਪੈਦਾ ਕਰਤੇ ਜਾਂ ਸਾਰੀ ਉਮਰ ਭੋਗੀ ਦੁੱਖਾਂ ਨੇ। ਦਾਤੇ ਦੇ ਰੰਗ ਨੇ, ਸਾਡੇ ਮਗਰਲੇ ਕਰਮ ਨੇ। ਸੋ ਗੁਰੂ ਮਹਾਰਾਜ ਕਹਿੰਦੇ, ਜਿਨ ਗੁਰਮੁਖ ਹਰ ਆਰਾਧਿਆ ਤਿਨ ਸੰਤ ਜਨਾ ਜੈਕਾਰ। ਉਹ ਸੰਤ ਜਨ ਜਿਨ੍ਹਾਂ ਨੇ ਗੁਰੂ ਦੇ ਆਖੇ ਲੱਗ ਕੇ ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਕਿ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸ ਨੂੰ ਫਿੱਟ ਫਿੱਟ ਕਹੈ ਸਭ ਸੰਸਾਰ। ਜਿਹੜਾ ਪੂਰੇ ਗੁਰੂ ਦੀ ਕੋਈ ਨਿੰਦਿਆ ਕਰਦਾ, ਸੰਸਾਰ ਦੇ ਲੋਕ ਉਹਨੂੰ ਫਿਟਕਾਰਾ ਪਾਉਂਦੇ ਨੇ। ਅਤੇ ਉਹਨੂੰ ਸ਼ਰਮ ਨਹੀਂ ਆਉਂਦੀ ਹੈ, ਤੂੰ ਇਹ ਕਰਦਾ, ਉਹਨੇ ਤੇਰਾ ਕੀ ਵਿਗਾੜਿਆ ਹੋਇਆ, ਤੂੰ ਵੈਸੇ ਨਿੰਦਿਆ ਕਰੀ ਜਾਂਦਾ, ਫਿਟਕਾਰਾ ਪਾਉਂਦਾ। ਸਤਿਗੁਰ ਵਿੱਚ ਆਪ ਵਰਤਦਾ, ਹਰ ਆਪੇ ਰੱਖਣ ਹਾਰ। ਗੁਰੂ ਜੀ ਪਰਮਾਤਮਾ ਵਰਤ ਰਿਹਾ ਹੈ, ਗੁਰੂ ਵਿੱਚ ਪਰਮਾਤਮਾ ਵਰਤ ਰਿਹਾ ਹੁੰਦਾ ਹੈ, ਇਸ ਲਈ ਪਰਮਾਤਮਾ ਫਿਰ ਗੁਰੂ ਦੀ ਰੱਖਿਆ ਕਰਦਾ ਹੈ, ਗੁਰੂ ਦੀ ਰੱਖਿਆ ਕਰਦਾ ਹੈ। ਧੰਨ ਧੰਨ ਗੁਰੂ ਗੁਣ ਗਾਵਦਾ, ਤਿਸ ਨੂੰ ਸਦਾ ਸਦਾ ਨਮਸਕਾਰ। ਗੁਰੂ ਧੰਨ ਹੈ, ਧੰਨ ਹੈ, ਕਿਉਂਕਿ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ, ਗਾਉਂਦਾ ਰਹਿੰਦਾ ਹੈ, ਗਾਉਂਦਾ ਰਹਿੰਦਾ। ਉਸ ਨੂੰ ਕਹਿੰਦੇ ਸਾਡੀ ਸਦਾ ਹੀ ਨਮਸਕਾਰ ਹੈ। ਜਨ ਨਾਨਕ ਤਿਨ ਕੋ ਵਾਰਿਆ, ਜਿਨ ਜਪਿਆ ਸਿਰਜਨਹਾਰ। ਗੁਰੂ ਮਹਾਰਾਜ ਕਹਿੰਦੇ ਮੈਂ ਉਹਨਾਂ ਜਨਾਂ ਤੋਂ ਆਪਣੇ ਆਪ ਨੂੰ ਕੁਰਬਾਨ ਕਰਦਾ ਹਾਂ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ। ਧਿਆਨ ਦੇਣਾ, ਨਾਮ ਤੁਸੀਂ ਜਪ ਰਹੇ ਹੋ, ਗੁਰੂ ਮਹਾਰਾਜ ਤੁਹਾਡੇ 'ਤੇ ਬਲਿਹਾਰ ਜਾਂਦੇ ਨੇ। ਦੇਖੋ ਸਿਆਣੇ ਕਹਿੰਦੇ ਨੇ ਕੰਮ ਕਰੀਏ ਆਪਣਾ, ਸੋਭਾ ਜਹਾਨ ਦੀ। ਤੁਹਾਡਾ ਬੱਚਾ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੈ, ਬੜਾ ਮਿਹਨਤੀ ਹੈ, ਚੰਗਾ ਹੈ, ਲੋਕ ਵਡਿਆਈ ਕਰਦੇ ਨੇ। ਆਪਣੇ ਬੱਚੇ ਕਹਿਣਗੇ ਤੂੰ ਨਲਾਇਕ ਆ, ਦੇਖ ਫਲਾਣੇ ਦਾ ਮੁੰਡਾ ਕਿੰਨਾ ਚੰਗਾ, ਉਦਾਹਰਨ ਦਿੰਦੇ ਫਲਾਣੇ ਦੇ ਮੁੰਡੇ ਦੀ। ਕੰਮ ਤਾਂ ਉਹਨੇ ਆਪਣੇ ਹੀ ਕੀਤੇ, ਗੁਆਂਢੀ ਦਾ ਨਹੀਂ ਨਾ ਕੀਤਾ। ਜੇ ਸਿਮਰਨ ਤੁਸੀਂ ਕੀਤਾ ਤੇ ਆਪਣੇ ਭਲੇ ਲਈ ਕੀਤਾ ਨਾ, ਅਤੇ ਗੁਰੂ ਮਹਾਰਾਜ ਬਲਿਹਾਰ ਜਾਂਦੇ ਤੁਹਾਡੇ ਤੋਂ ਵੀ। ਹਾਂ, ਵਾਹ ਸਿੱਖਾ ਬਲਿਹਾਰ, ਕਿਆ ਬਾਤ ਹੈ ਤੇਰੀ, ਤੋਂ ਨਾਮ ਜਪਦਾ ਹੈ। ਮਹਿਲਾ ਚੌਥਾ। ਆਪੇ ਧਰਤੀ ਸਾਜੀਨ, ਆਪੇ ਆਕਾਸ਼, ਵਿੱਚ ਆਪੇ ਜੰਤ ਉਪਾਇਨ, ਮੁਖ ਆਪੇ ਦੇ ਗਰਾਸ। ਪਰਮਾਤਮਾ ਨੇ ਆਪ ਹੀ ਸ੍ਰਿਸ਼ਟੀ ਸਾਜੀ ਹੈ, ਆਪੇ ਧਰਤੀ ਸਾਜੀ ਹੈ, ਆਪੇ ਹੀ ਆਕਾਸ਼ ਸਾਜਿਆ ਹੈ, ਉਹਨੇ ਬਣਾਇਆ ਹੈ। ਉਸ ਤੋਂ ਪਹਿਲਾਂ ਤਾਂ ਕੁਛ ਵੀ ਨਹੀਂ ਸੀ, ਉਸ ਤੋਂ ਪਹਿਲਾਂ ਕੁਛ ਨਹੀਂ ਸੀ। ਗੁਰੂ ਨਾਨਕ ਦੇਵ ਜੀ ਤੋਂ ਬਗਦਾਦ ਦੇ ਪੀਰ ਦਸਤਗੀਰ ਨੇ ਪੁੱਛਿਆ ਸੀ ਕਿ ਨਾਨਕ ਜੀ ਅੱਲਾ ਤੋਂ ਪਹਿਲਾਂ ਕੀ ਸੀ? ਗੁਰੂ ਮਹਾਰਾਜ ਕਹਿੰਦੇ ਤੇਰੇ ਕੋਲ ਮੋਤੀ ਹੈਗੇ? ਕਹਿੰਦੇ ਹੈਗੇ। ਕਹਿ ਲਿਆ 10-12।
ਉਹ ਲੈ ਪਲੇਟ 'ਚ ਪਾ ਕੇ, ਕਹਿੰਦੇ ਪੀਰ ਜੀ ਗਿਣੋ। ਉਹ ਕਹਿੰਦਾ 1 2, ਗੁਰੂ ਮਹਾਰਾਜ ਕੇ ਪੀਰ ਜੀ ਠੀਕ ਗਿਣੋ। ਫਿਰ ਉਹ ਕਹਿੰਦਾ 1 2, ਗੁਰੂ ਮਹਾਰਾਜ ਹੱਥ ਫੜ ਲਿਆ, ਪੀਰ ਜੀ ਠੀਕ ਗਿਣੋ। ਕਹਿੰਦਾ ਮੈਂ ਠੀਕ ਹੀ ਤੇ ਗਿਣ ਰਿਹਾ। ਕਹਿੰਦਾ ਤੂੰ ਤਾਂ 1 ਤੋਂ ਸ਼ੁਰੂ ਕੀਤਾ, 1 ਤੋਂ ਪਹਿਲਾਂ ਕੀ ਹੈ? ਕਿ ਜੀ 1 ਤੋਂ ਪਹਿਲਾਂ ਤਾਂ ਕੁਛ ਨਹੀਂ ਹੁੰਦਾ। ਕਹਿੰਦੇ ਬਸ ਅੱਲਾ ਤੋਂ ਪਹਿਲਾਂ ਵੀ ਕੁਛ ਨਹੀਂ ਸੀ। ਕਿਆ ਜਵਾਬ ਦੇਣ ਦਾ ਢੰਗ ਹੈ ਨਾ। ਮੈਂ ਕਈ ਵਾਰੀ ਜੇ ਪੜ੍ਹਦਾ ਮੈਂ ਯਾਰ ਕਿਆ ਬਾਤ ਹੈ, ਅੱਗੋਂ ਗੱਲ ਨਹੀਂ ਔੜ ਦੇਖ ਲੈਣ, ਇੰਨਾ ਜ਼ਬਰਦਸਤ ਜਵਾਬ ਦਿੱਤਾ। ਕਹਿੰਦੇ 1 ਤੋਂ ਪਹਿਲਾਂ ਕੁਛ ਨਹੀਂ ਨਾ, ਫਿਰ ਅੱਲਾ ਤੋਂ ਪਹਿਲਾਂ ਕੁਛ ਨਹੀਂ ਸੀ, ਸਭ ਕੋਈ ਬਣਿਆ ਉਸੇ ਤੋਂ ਹੀ ਬਣਿਆ ਹੈ। ਉਸੇ ਨੇ ਧਰਤੀ ਸਾਜੀ ਹੈ, ਉਸੇ ਨੇ ਆਕਾਸ਼ ਬਣਾਇਆ ਹੈ। ਵਿੱਚ ਆਪੇ ਜੰਤ ਪਾਇਨ, ਆਪ ਹੀ ਜੀਵ ਪੈਦਾ ਕੀਤੇ ਨੇ ਉਸਨੇ। ਮੁੱਖ ਆਪੇ ਦੇ ਗਰਾਸ, ਗਰਾਸ ਨੂੰ ਜੇ ਗਰਾਹੀ ਹੁੰਦੇ ਪਾ ਭੋਜਨ, ਅਤੇ ਆਪ ਹੀ ਉਹਨੂੰ ਖਾਣ ਨੂੰ ਭੋਜਨ ਦਿੰਦਾ ਹੈ। ਸਭ ਆਪੇ ਆਪ ਵਰਤਦਾ, ਆਪੇ ਹੀ ਗੁਣਤਾਸ। ਪਰਮਾਤਮਾ ਆਪ ਹੀ ਸਭ ਦੇ ਵਿੱਚ ਵਰਤ ਰਿਹਾ ਹੈ। ਉਹ ਆਪ ਹੀ ਗੁਣਾਂ ਦਾ ਖਜ਼ਾਨਾ ਹੈ। ਤਾਸ ਦਾ ਖਜ਼ਾਨਾ, ਗੁਣ ਤਾਸ, ਗੁਣਾਂ ਦਾ ਖਜ਼ਾਨਾ। ਜਨ ਨਾਨਕ ਨਾਮ ਧਿਆਏ ਤੂੰ, ਸਭ ਕਿਲਵ ਕਟੇ ਤਾਸ। ਕਹਿੰਦੇ ਹੇ ਇਨਸਾਨ, ਤੂੰ ਪਰਮਾਤਮਾ ਦਾ ਨਾਮ ਜਪ, ਫਿਰ ਕੀ ਹੋਏਗਾ? ਸਭ ਕਿਲਵ ਕਟੇ ਤਾਸ। ਜਿਹੜਾ ਵੀ ਨਾਮ ਜਪਦਾ ਹੈ, ਸਾਰੇ ਸਭ ਸਾਰੇ ਕਿਲਵ ਪਾਪ, ਤਾਸ ਬਣੇ ਉਸ ਦੇ, ਪਰਮਾਤਮਾ ਉਸਦੇ ਸਾਰੇ ਪਾਪਾਂ ਨੂੰ ਕੱਟ ਦਿੰਦਾ, ਨਾਸ ਕਰ ਦਿੰਦਾ। ਨਾਮ 'ਚ ਇੰਨੀ ਤਾਕਤ। ਹੋ ਗਏ ਪਾਪ। ਨਾਮ ਜਪੀ ਜੋ ਜਪੀ ਜੋ ਜਪੀ ਜੋ ਜਪੀ ਜੋ। ਇੱਕ ਦਿਨ ਪਰਮਾਤਮਾ ਨੇ ਸਾਰਿਆਂ 'ਤੇ ਇੱਕ ਲਾਈਨ ਫੇਰ ਦੇਣੀ ਹੈ। ਗੁਰਬਾਣੀ ਕਹਿੰਦੇ ਜਪ ਹਰ ਹਰ ਨਾਮ ਕਿਰਖ ਹੈ। ਧਰਮ ਰਾਜ ਨੇ ਤੁਹਾਡੇ ਵਿਰੁੱਧ ਜੋ ਬਕਾਇਆ ਕੱਢਿਆ ਨਾ ਪਰ ਰਜਿਸਟਰ 'ਚ, ਕਦੇ ਧਰ ਜੋ ਤੁਹਾਨੂੰ ਅਗੇ ਨਾ ਸੋਝੀ ਵੀ ਅੱਛਾ ਤੁਸੀਂ ਇੱਥੋਂ ਨਾਮ ਜਪੀ ਗਏ ਜਪੀ ਗਏ ਜਪੀ ਗਏ ਜਪੀ ਗਏ। ਉਸ ਨਾਮ ਨੇ ਧਰਮ ਰਾਜ ਦੇ ਤੁਹਾਡੇ ਨਾਮ ਦੇ ਸਾਹਮਣੇ ਜੋ ਲਿਖਿਆ ਨੇ ਆਹ ਮਾੜਾ ਕੰਮ ਕੀਤਾ ਕੀਤਾ ਕੀਤਾ, ਉਹ ਤੁਸੀਂ ਉਸ 'ਤੇ ਲਾਈਨ ਫੇਰੀ ਜਾਓਗੇ, ਸਾਰੇ ਕੜ ਮਿਟਾ ਦਿਓ, ਖਤਮ। ਜਦ ਤੁਸੀਂ ਜਾਓਗੇ ਕੋਈ ਲੇਖਾ ਨਹੀਂ ਤੁਹਾਡਾ। ਲੇਖਾ ਕਰਨ ਨਾਲ ਸਾਡਾ ਛੁਟਕਾਰਾ ਹੀ ਨਹੀਂ ਹੋਣਾ। ਲੇਖਾ ਕਤੈ ਨਾ ਛੁਟੀਏ। ਉਹ ਸਾਰਾ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਸਮਝਿਆ ਪਾ ਮੁੱਕ ਗਿਆ। ਧਰਮਰਾਜ ਨੇ ਕਾਗਜ਼ ਹੀ ਪਾੜਤੇ, ਤੇਰਾ ਲੇਖਾ ਖਤਮ। ਇਹ ਨਾਮ 'ਚ ਕਿੱਥੇ ਅਸੀਂ ਬੈਠੇ, ਕਿੱਥੇ ਧਰਮਰਾਜ ਹੈ। ਪੰਚਮ ਪਾਤਸ਼ਾਹ ਕਹਿੰਦੇ ਗਣੇ ਜਾਹੇ ਨਾ ਕੋਸਾ। ਇੰਨੀ ਦੂਰ ਹੈ ਕਿ ਉਹਦੇ ਕਿਲੋਮੀਟਰ ਗਿਣੇ ਹੀ ਨਹੀਂ ਜਾਦੇ, ਇੰਨੀ ਦੂਰ ਧਰਮਰਾਜ ਹੈ। ਉਹਦੇ ਰਜਿਸਟਰ 'ਚ ਤੁਹਾਡਾ ਨਾਮ ਲਿਖਿਆ ਹੋਇਆ ਹੈ। ਤੁਹਾਡੇ ਨਾਮ ਦੇ ਵਿਰੁੱਧ ਉੱਥੇ ਜੋ ਕੁਛ ਵੀ ਲਿਖਿਆ, ਇੱਥੋਂ ਨਾਮ ਜਪੀ ਜਾਓ ਜਪੀ ਜਾਓ ਜਪੀ ਜਾਓ, ਉਹ ਕੱਢਦਾ ਜਾਏਗਾ ਕੱਢਦਾ ਜਾਏਗਾ, ਉਹ ਮਿਟਦਾ ਜਾਏਗਾ। ਜਦ ਤੁਸੀਂ ਜਾਓਗੇ ਦੇਖੋ ਜੀ ਰਜਿਸਟਰ, ਉਹ ਕਹਿਣਾ ਜੀ ਕੁਛ ਨਹੀਂ ਇਹਨੇ ਮਾੜਾ ਕੀਤਾ, ਸਾਫ਼ ਹੈ, ਜਾਓ ਬੋਲ। ਇੰਨੀ ਨਾਮ ਦੀ ਤਾਕਤ ਹੈ। ਜਪ ਨਾਮ ਹਰ ਕਿਰਖ ਹੈ। ਕਿਰਖਾ ਉਹਨਾਂ ਨੂੰ ਦੇਣਾ, ਪੁੱਟ ਦੇਣਾ, ਭਾਵ ਸਫਾਈ ਕਰਤੀ ਸਾਰੇ ਕਰਮਾਂ ਦੀ। ਪੌੜੀ ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚੇ ਭਾਵੈ। ਹੇ ਪਰਮਾਤਮਾ ਤੂੰ ਸੱਚਾ ਹੈ, ਤੂੰ ਮਾਲਕ ਹੈ, ਅਤੇ ਸੱਚੇ ਨੂੰ ਸੱਚ ਹੀ ਚੰਗਾ ਲੱਗਦਾ। ਜਿਹੋ ਜਿਹਾ ਮਨੁੱਖ ਆਪ ਹੁੰਦਾ ਉਹਨੂੰ ਉਹੋ ਜਿਹਾ ਚੰਗਾ ਲੱਗਦਾ। ਚੋਰ ਨੂੰ ਚੋਰੀ ਚੰਗੀ ਲੱਗਦੀ ਹੈ, ਸਾਧ ਨੂੰ ਸਾਧਗੀਰੀ ਚੰਗੀ ਲੱਗਦੀ ਹੈ। ਪਰਮਾਤਮਾ ਸੱਚ ਹੈ, ਉਸ ਨੂੰ ਸੱਚ ਹੀ ਚੰਗਾ ਲੱਗਦਾ ਹੈ। ਜੋ ਤੁਧ ਸੱਚ ਸਲਾਹੁੰਦੇ, ਤਿਨ ਜਮ ਕੰਕਰ ਨੇੜ ਨਾ ਆਵੇ। ਹੇ ਪਰਮਾਤਮਾ ਜਿਹੜੇ ਤੈਨੂੰ ਸਲਾਹੁੰਦੇ ਨੇ ਨਾ, ਜਿਹੜੇ ਤੇਰੀ ਸਿਫਤ ਸਲਾਹ ਕਰਦੇ ਹਨ, ਤਿੰਨ ਜਮ ਕੰਕਰ ਨੇੜ ਨਾ ਆਵੇ। ਕੰਕਰ ਦਾ ਸੇਵਕ, ਯਮ ਰਾਜ ਦਾ ਸੇਵਕ ਭਾਵ ਜਮਦੂਤ। ਕਹਿੰਦਾ ਉਹਦੇ ਤਾਂ ਨੇੜੇ ਜਮਦੂਤ ਆਉਂਦਾ ਹੀ ਨਹੀਂ ਹੈ। ਹੇ ਪਰਮਾਤਮਾ ਜਿਹੜੇ ਤੈਨੂੰ ਧਿਆਉਂਦੇ ਨੇ ਨਾ, ਤੈਨੂੰ ਸਲਾਹੁੰਦੇ ਨੇ,
ਉਹਨਾਂ ਦੇ ਨੇੜੇ ਤੇ ਜਮਦੂਤ ਆਉਂਦੇ ਹੀ ਨਹੀਂ, ਕਿਉਂਕਿ ਧਰਮਰਾਜ ਨੇ ਜਮ ਕੰਕਰਾਂ ਨੂੰ ਆਖ ਛੱਡਿਆ। ਉਹਨੇ ਕਹਿਤਾ ਜਮਦੂਤਾਂ ਨੂੰ ਕਿ ਜਿੱਥੇ ਪਰਮਾਤਮਾ ਦਾ ਕੋਈ ਨਾਮ ਜਪਦਾ ਨਾ, ਤੁਸੀਂ ਉੱਥੇ ਜਾਣਾ ਨਹੀਂ। ਜੇ ਤੁਸੀਂ ਚਲੇ ਗਏ ਨਾ ਹੋ ਨਾ ਤੂੰ ਨਾ ਛੁਟੇ, ਨਿਕਟ ਨਾ ਜਾਈਓ ਦੂਤ। ਨਾ ਕਹਿੰਦਾ ਤੁਹਾਡਾ ਛੁਟਕਾਰਾ ਨਾ ਮੇਰਾ ਹੁਣ, ਜਾਇਓ ਨਾ ਉੱਥੇ। ਇਸ ਨਾਮ ਜਪਣ ਕੀ ਪਰਵਾਹ ਹੈ। ਜਿਹਨੂੰ ਪੁਲਿਸ ਹੀ ਨਾ ਫੜਨਾ ਆਵੇ, ਉਸ 'ਤੇ ਮੁਕੱਦਮਾ ਕੀ ਚੱਲਣਾ, ਗੱਲ ਖਤਮ ਹੋ ਗਈ। ਮੁਕੱਦਮਾ ਤਾਂ ਚਾਹੇ ਤਾਂ ਹੀ ਚੱਲੇ ਜੇ ਕਿਸੇ ਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ, ਫਿਰ ਉਹਨੂੰ ਕੋਰਟ 'ਚ ਪੇਸ਼ ਕਰਦੀ, ਮੁਕੱਦਮਾ ਚੱਲਦਾ ਹੈ। ਜਮਦੂਤ ਆਏ ਨਾ ਲੈਣ ਤੇ ਫਿਰ ਆਪਾਂ ਨੇ ਧਰਮਰਾਜ ਕੋਲ ਜਾ ਕੇ ਕੀ ਕਰਨਾ, ਇਹ ਬੜਾ ਕੰਮ। ਇਸ ਲਈ ਜਿਹੜੇ ਬਾਣੀ ਲੋਕ ਪੜ੍ਹਦੇ, ਨਾਮ ਜਪਦੇ, ਇਹਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈਗੀ। ਉਹਨਾਂ ਨੂੰ ਕਿੱਥੇ ਨਰਕਾਂ 'ਚ ਜਾਣਾ, ਜੋ ਜਮਦੂਤਾਂ ਨੇ ਲੈਣ ਹੀ ਨਹੀਂ ਆਉਣਾ ਉਹਨਾਂ ਨੂੰ। ਫਿਰ ਤੁਸੀਂ ਪੁੱਛੋਗੇ ਕੌਣ ਲੈਣ ਆਉਂਦਾ? ਜਿਸ ਮੰਡਲ 'ਤੇ ਪਰਮਾਤਮਾ ਨੇ ਤੁਹਾਨੂੰ ਭੇਜਣਾ, ਫਿਰ ਉਸ ਮੰਡਲ ਦੇ ਜੀਵ ਆਉਂਦੇ ਲੈਣ, ਉਸ ਮੰਡਲ ਦੇ ਜੀਵ ਲੈਣ ਆਉਂਦੇ ਤੁਹਾਨੂੰ। ਉਹ ਜਿਹੜਾ ਸਰੀਰ ਤਿਆਗ ਰਿਹਾ ਹੁੰਦਾ ਉਹਨੂੰ ਦਿਸਦੇ ਨੇ, ਜਾਂ ਜਿਹਦੀ ਦਿਵ ਦ੍ਰਿਸ਼ਟੀ ਉਸ ਵੇਲੇ ਖੁੱਲ੍ਹੀ ਹੋਵੇ ਉਹਨੂੰ ਦਿਸਦੇ ਵੀ ਇਹਨੂੰ ਲੈਣ ਕੌਣ ਆਇਆ। ਜੇ ਸਿੱਖ ਨੇ ਗੁਰੂ ਦੇ ਚਰਨਾਂ 'ਚ ਜਾਣਾ, 5 ਸਿੰਘ ਆਉਂਦੇ ਨੇ, ਉਹਨੂੰ 5 ਸਿੰਘ ਲੈਣ ਆਉਂਦੇ ਨੇ। ਚੱਲ ਵੀ ਸੱਜਣਾ ਆਪਣੇ ਗੁਰੂ ਕੋਲ ਚੱਲੀਏ। ਤਿੰਨ ਕੇ ਮੁਖ ਦਰ ਉਜਲੇ, ਜਿਨ ਹਰ ਹਿਰਦੈ ਸੱਚਾ ਭਾਵੇ। ਉਹਨਾਂ ਦੇ ਪਰਮਾਤਮਾ ਦੇ ਦਰ 'ਤੇ ਮੁਖ ਉਜਲੇ ਹੁੰਦੇ ਨੇ। ਕਿਹਨਾਂ ਦੇ? ਜਿਨ੍ਹਾਂ ਨੂੰ ਪਰਮਾਤਮਾ ਹਿਰਦੇ ਵਿੱਚ ਚੰਗਾ ਲੱਗਦਾ, ਜਿਨ੍ਹਾਂ ਨੂੰ ਮਨ 'ਚ ਪਰਮਾਤਮਾ ਚੰਗਾ ਲੱਗਦਾ ਨਾ, ਉਹਨਾਂ ਦੇ ਕਹਿੰਦੇ ਪਰਮਾਤਮਾ ਦੇ ਦਰ 'ਤੇ ਜਾ ਕੇ ਮੁਖ ਉਜਲੇ ਹੁੰਦੇ ਨੇ। ਕੁੜਿਆਰ ਪਿਛਾਹਾਂ ਸਟੀਆਂ, ਕੂੜ ਹਿਰਦੈ ਕਪਟ ਮਹਾਂ ਦੁੱਖ ਪਾਵੇ। ਜਿਹੜੇ ਕੁੜਿਆਰ ਹੁੰਦੇ ਨੇ ਉਹਨਾਂ ਨੂੰ ਕਦੇ ਪਰਾਂ ਸੁੱਟ ਦਿੱਤਾ ਜਾਂਦਾ, ਚਲੋ ਦਫਾ ਵਾ, ਤੁਸੀਂ ਸੱਚਖੰਡ 'ਚ ਨਹੀਂ ਵੜ ਸਕਦੇ, ਪਿੱਛੇ ਸੁੱਟ ਦਿੱਤਾ ਜਾਂਦਾ। ਕਿਉਂ? ਉਹਨਾਂ ਦੇ ਹਿਰਦੇ 'ਚ ਕੂੜ ਹੁੰਦਾ, ਕੂੜ ਹਿਰਦਾ, ਉਹਨਾਂ ਦੇ ਹਿਰਦੇ 'ਚ ਕੂੜ ਹੁੰਦਾ। ਉਹ ਕਪਟ ਕਰਦੇ ਨੇ ਲੋਕਾਂ ਨਾਲ, ਮਹਾਂ ਦੁੱਖ ਪਾਵੇ। ਲੋਕਾਂ ਨਾਲ ਕਪਟ ਕਰਦੇ ਨੇ, ਹੇਰਾ ਫੇਰੀ ਕਰਦੇ ਨੇ, ਛਲ ਕਪਟ ਕਰਦੇ ਨੇ, ਧੋਖਾ ਦਿੰਦੇ ਨੇ। ਇਸ ਲਈ ਫਿਰ ਮਹਾਂ ਦੁੱਖ ਪਾਵੇ, ਬਹੁਤ ਵੱਡੇ ਦੁੱਖ ਦੀ ਪ੍ਰਾਪਤੀ ਉਹਨੂੰ ਹੁੰਦੀ ਹੈ। ਮੂੰਹ ਕਾਲੇ ਕੁੜਿਆਰੀਆਂ, ਕੁੜਿਆਰ ਕੂੜੋ ਹੋਏ ਜਾਵੇ। ਇਸ ਲਈ ਜਿਹੜੇ ਕੂੜੇ ਹਨ ਉਹ ਪਰਮਾਤਮਾ ਦਰ 'ਤੇ ਉਹਨਾਂ ਦੇ ਮੂੰਹ ਕਾਲੇ ਕਰ ਦਿੱਤੇ ਜਾਂਦੇ। ਉਹ ਕੁੜਿਆਰ ਹਨ, ਇਸ ਲਈ ਕੂੜੋ ਹੋ ਜਾਵੇ। ਉਹ ਕੂੜ ਦੇ ਵਿੱਚ ਹੀ ਰਲ ਜਾਂਦੇ ਹਨ, ਕਿ ਜਿਹੋ ਜਿਹਾ ਕੋਈ ਹੁੰਦਾ ਫਿਰ ਉਹਦੇ ਵਿੱਚ ਜਾ ਕੇ ਉਸਨੇ ਰਲਣਾ ਹੈ। ਸ਼ਲੋਕ ਮਹਿਲਾ ਚੌਥਾ। ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜਿਹਾ ਕੋ ਬੀਜੇ ਤੇਹਾ ਫਲ ਪਾਏ। ਸਤਿਗੁਰੂ ਧਰਤੀ ਹੈ, ਕਾਹਦੀ? ਧਰਮ ਦੀ। ਸਤਿਗੁਰੂ ਧਰਮ ਦੀ ਧਰਤੀ ਹੈ। ਜਿਹਾ ਜਿਹਾ ਕੋਈ ਬੀਜ ਪਾਏਗਾ ਉਹੋ ਜਿਹੀ ਫਲ ਪ੍ਰਾਪਤ ਕਰੇਗਾ। ਜਿਹੋ ਜਿਹੀ ਮਨੁੱਖ ਗੁਰੂ 'ਤੇ ਵਿਸ਼ਵਾਸ ਰੱਖੇ ਉਹਦੇ ਅਨੁਸਾਰ ਉਸਨੂੰ ਫਲ ਮਿਲੇਗਾ। ਕਈ ਗੁਰੂ ਦੀ ਨਿੰਦਿਆ ਕਰਦੇ ਰਹਿੰਦੇ ਨੇ, ਉਹ ਤਾਂ ਫਿਰ ਨਿੰਦਿਆ ਦਾ ਬੀਜ ਰਹੇ ਨੇ। ਕਿਸ ਭਾਵਨਾ ਨਾਲ ਤੁਸੀਂ ਗੁਰੂ ਕੋਲ ਗਏ ਹੋ? ਆਮ ਸਿਆਣੇ ਕਹਿੰਦੇ ਨੇ, ਜੇ ਤੁਹਾਨੂੰ ਸਾਧੂ 'ਚ ਵਿਸ਼ਵਾਸ ਮਤ ਜਾਓ। ਕੀ ਪਤਾ ਤੁਸੀਂ ਉੱਥੇ ਜਾ ਕੇ ਕੁਛ ਅਵਾ ਤਵਾ ਬੋਲ ਦਿਓ, ਆਪਣਾ ਨੁਕਸਾਨ ਕਰਾਓ। ਸਾਧੂ ਨਹੀਂ ਕਹੇਗਾ ਤੇਰਾ ਸਤਿਆਨਾਸ਼ ਹੋਵੇ, ਪਰਮਾਤਮਾ ਕਹੇ ਤੂੰ ਮੇਰੇ ਸਾਧੂ ਦੀ ਨਿੰਦਿਆ ਕਰ, ਆ ਜਾ ਮੈਂ ਕਰਦਾ ਤੈਨੂੰ, ਠੀਕ ਹੈ। ਤੂੰ ਕੀ ਸਮਝ ਰੱਖਿਆ? ਪਰਮਾਤਮਾ ਆਪਣੇ ਭਗਤ ਦੀ ਨਿੰਦਿਆ ਸੁਣ ਕੇ ਰਾਜੀ ਨਹੀਂ। ਗੁਰਬਾਣੀ ਦੇ ਪਰਮਾਤਮਾ ਆਪਣੇ ਭਗਤ ਦਾ ਦੁੱਖ ਸਹਿ ਹੀ ਨਹੀਂ ਸਕਦਾ ਹੈ। ਜਿਹੜਾ ਉਹਨੂੰ ਦੁੱਖ ਦਿੰਦਾ ਕਹਿੰਦਾ ਕੋਈ ਨਹੀਂ, ਉੱਥੇ ਹੀ ਹੋਣੇ ਨੇ। ਕਰ ਦੱਸੋ ਫਿਰ ਮੈਂ ਤੈਨੂੰ। ਆਹ ਹਿਟਲਰ ਵਰਗਿਆਂ ਨੂੰ, ਔਰੰਗਜ਼ੇਬ ਵਰਗਿਆਂ 5,000 ਸਾਲ ਦਾ ਨਰਕ ਮਿਲਿਆ ਹੋਇਆ ਹੈ, ਥੋੜ੍ਹਾ ਨਹੀਂ ਹੈ। ਬੜਾ ਸਮਾਂ ਨਰਕ ਭੋਗਦੇ ਰਹੇ ਲੋਕ। ਤਾਂ ਕਹਿੰਦੇ
ਜਿਹਾ ਕੋ ਬੀਜੇ ਤਿਹਾ ਫਲ ਪਾਏ। ਜਿਹੋ ਜਿਹਾ ਬੀਜੇਗਾ ਉਹੋ ਜਿਹਾ ਫਲ ਮਿਲ ਜਾਏਗਾ। ਗੁਰਸਿੱਖੀ ਖਿਆਲ ਰੱਖਣਾ, ਗੁਰਸਿੱਖੀ ਹੋਰ ਹੈ। ਗੁਰਸਿੱਖੀ ਦੇ ਫਲਾਣੇ ਜੀ ਗੁਰਸਿੱਖੀ ਧਾਰਨ ਕੀਤੀ ਹੋਈ। ਗੁਰਸਿੱਖੀ ਗੁਰੂ ਦੇ ਸਿੱਖਾਂ ਨੇ। ਗੁਰਸਿੱਖੀ ਅੰਮ੍ਰਿਤ ਬੀਜਿਆ ਤਿੰਨ ਅੰਮ੍ਰਿਤ ਫਲ ਹਰ ਪਾਏ। ਅੰਮ੍ਰਿਤ ਭਾਵ ਨਾਮ। ਜਿਹੜੇ ਗੁਰਸਿੱਖ ਨੇ ਉਹ ਨਾਮ ਬੀਜਦੇ ਨੇ, ਇਸ ਲਈ ਉਹਨਾਂ ਨੂੰ ਹਰੀ ਨਾਮ ਦਾ ਹੀ ਫਲ ਦਿੰਦਾ ਹੈ। ਕੋਈ ਨਾਮ ਬੀਜਿਆ ਨਾਮ ਦਾ ਹੀ ਫਲ ਮਿਲਣਾ ਹੈ। ਉਹਨਾਂ ਇਹਨੂੰ ਓਨਾ ਨਹੀਂ ਪੜ੍ਹਨਾ। ਓਨਾ ਤਾਂ ਹੁੰਦਾ ਉਤਨਾ, ਜਿੰਨਾ ਚਿਰ ਜਿੰਨੀ ਚੀਜ਼ ਤੈਨੂੰ ਚਾਹੀਦੀ ਓਨੀ ਲੈ ਲਾ। ਉਹਨਾਂ ਨੰਨੇ ਦੇ ਪੈਰ 'ਚ ਹਾਹਾ ਲਾ ਕੇ ਬੋਲਣਾ। ਉਹਨਾਂ ਹਲਤ ਪਲਤ ਮੁੱਖ ਉਜਲੇ। ਉਹਨਾਂ ਦੇ ਲੋਕ ਪਰਲੋਕ 'ਚ ਮੁੱਖ ਉਜਲੇ ਹੁੰਦੇ ਨੇ ਜਿਹੜੇ ਨਾਮ ਬੀਜਦੇ ਨੇ। ਹਰ ਦਰਗਾਹ ਸੱਚੀ ਪਹਿਨਾਏ। ਅਤੇ ਪਰਮਾਤਮਾ ਦਰਗਾਹ 'ਚ ਉਹਨਾਂ ਦਾ ਆਦਰ ਮਾਣ ਕੀਤਾ, ਸਰੋਪੇ ਦਿੱਤੇ ਜਾਂਦੇ। ਉਹਨਾਂ ਦਾ ਆਦਰ ਮਾਣ ਕੀਤਾ ਜਾਂਦਾ ਵੀ ਹਾਂ ਤੁਸੀਂ ਜਿਹੜਾ ਹੈ ਨਾਮ ਜਪ ਕੇ ਆਏ ਹੋ। ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੇਂ, ਉਹ ਜਿਹਾ ਬੀਜੇ ਤਿਹਾ ਫਲ ਪਾਏ। ਕਈਆਂ ਦੇ ਅੰਦਰ ਖੋਟ ਹੁੰਦਾ ਹੈ, ਉਹ ਖੋਟੇ ਕਰਮ ਹੀ ਕਰਦੇ ਰਹਿੰਦੇ ਹਨ। ਉਹ ਫਿਰ ਜਿਹੋ ਜਿਹਾ ਬੀਜਦਾ ਹੈ ਉਹੋ ਜਿਹਾ ਫਲ ਉਹ ਪ੍ਰਾਪਤ ਕਰ ਲੈਂਦਾ ਹੈ। ਜਾਂ ਸਤਿਗੁਰ ਸਰਾਫ ਨਦਰ ਕਰ ਦੇਖੈ, ਸਵਾਬ ਗੀਰ ਸਭ ਉਗੜ ਆਏ। ਸਵਾਬ ਗੀਰ ਹੁੰਦਾ ਸਵਾਰਥੀ ਮਤਲਬੀ। ਗੁਰੂ ਹੈਗਾ ਸਰਾਫ। ਸਾਡਾ ਟੀਚਰ ਸੀ, ਉਹਦੇ ਮੁੰਡੇ ਦਾ ਮੰਗਣਾ ਹੋਇਆ। ਕੁੜੀ ਵਾਲੇ ਨੇ ਸੋਨੇ ਦੀ ਛਾਪ ਪਾਤੀ ਮੁੰਡੇ ਨੂੰ। ਉਹਨਾਂ ਕੁਦਰਤੀ ਪੈਸੇ ਦੀ ਲੋੜ ਪੈ ਗਈ। ਉਹ ਟੀਚਰ ਕਹਿੰਦਾ, ਮੁੰਡੇ ਕਹਿੰਦਾ ਮੈਂ ਤੈਨੂੰ ਅਜੇ ਵਿਆਹ ਦੇਰ ਹੈ, ਮੁੰਡੇ 'ਚ ਤੈਨੂੰ ਦੁਬਾਰਾ ਬਣਾ ਦੂਗਾ, ਮੈਨੂੰ ਦੇ ਦੇ। ਉਹ ਸਰਾਫ ਕੋਲ ਲੈ ਕੇ ਛਾਪ ਵੇਚਣ। ਉਹ ਕਹਿੰਦਾ ਤਾਂ ਖੋਟੀ ਹੈ ਜੀ, ਇਹ ਤਾਂ ਸੋਨੇ ਦੇ ਉੱਤੇ ਮਲੰਮਾ ਚੜਾਇਆ ਹੈ, ਸੋਨੇ ਦੀ ਨਹੀਂ। ਉੱਥੇ ਰਿਸ਼ਤਾ ਟੁੱਟ ਗਿਆ। ਕਹਿੰਦੇ ਮੰਗਣੇ 'ਚ ਇਹ ਹਾਲ ਕਰ ਦਿੰਦਾ, ਵਿਆਹ ਬਣ ਕੀ ਕਰਨਗੇ। ਸਵਾਬ ਗਿਰ ਉਗੜਾ ਹੈ ਕਿ ਉਹ ਸਰਾਫ ਕੋਲ ਚਲੇ ਗਏ। ਸਰਾਫ ਕੋਲ ਚਲੇ ਗਏ। ਉੱਤੋਂ ਤਾਂ ਬੰਦਾ ਬੜਾ ਵਧੀਆ ਦਿਖਦਾ ਹੈ, ਜਦੋਂ ਫਿਰ ਸਰਾਫ ਦੀ ਨਜ਼ਰ ਚੜ੍ਹਦਾ ਫਿਰ ਖੋਟਾ ਖੋਟਾ ਅਤੇ ਖਰਾ ਖਰਾ ਲੱਗ ਜਾਂਦਾ ਪਤਾ, ਸਭ ਪਤਾ ਲੱਗ ਜਾਂਦਾ। ਉਹ ਜਿਹਾ ਚਿਤਵੇਂ ਨਿਤ ਤੇਹਾ ਪਾਇਨ। ਉਹ ਜਿਹਾ ਜਿਹਾ ਸੋਚਦੇ ਨੇ ਉਹੋ ਜਿਹਾ ਉਹਨਾਂ ਨੂੰ ਫਲ ਮਿਲ ਜਾਂਦਾ ਹੈ। ਉਹ ਤੇਹੋ ਜਿਹੇ ਦਈ ਵਜਾਏ। ਦਈ ਪਰਮਾਤਮਾ ਨੂੰ ਕਹਿੰਦੇ ਨੇ। ਪਰ ਇਹਦੇ ਨਾ ਤਿੰਨ ਸਰੂਪ ਨੇ। ਇੱਕ ਹੈ ਦੱਦਾ ਯਈਆ ਦਈ, ਹੇ ਰੱਬਾ। ਇੱਕ ਹੈ ਦੱਦਾ ਯਈਏ ਨੂੰ ਔਂਕੜ ਦਈ ਰੱਬ। ਇੱਕ ਹੈ ਦੱਦਾ ਯਈਏ ਨੂੰ ਸਿਹਾਰੀ ਦਈ ਰੱਬ ਨੇ। ਇੱਥੇ ਰੱਬ ਨੇ ਹੈ। ਉਹ ਤੇਹੋ ਜਿਹੇ ਦਈ ਵਜਾਏ। ਪਰਮਾਤਮਾ ਨੇ ਉਹੇ ਜਿਹੇ ਉਹਨਾਂ ਨੂੰ ਪ੍ਰਗਟ ਕਰਤਾ ਸੰਸਾਰ 'ਚ, ਜਿਹੋ ਜਿਹੇ ਸਨ। ਜਿਹੋ ਜਿਹੇ ਸਨ ਪਰਮਾਤਮਾ ਪ੍ਰਗਟ ਤੇ ਆਹ ਨੇ। ਇੱਥੋਂ ਤੱਕ ਕਿ ਭਜਨ ਬੰਦਗੀ ਕਰਨ ਵਾਲਾ ਬੰਦਾ ਅਗਰ ਉਹਦੇ ਅੰਦਰ ਕੋਈ ਨੁਕਸ ਹੈ ਜਿਹੜਾ ਕਿ ਗੁਰਬਾਣੀ ਅਨੁਸਾਰ ਨਹੀਂ ਹੋਣਾ ਚਾਹੀਦਾ, ਪਰ ਪਰਮਾਤਮਾ ਕਹਿੰਦਾ ਮੇਰੀ ਭਜਨ ਬੰਦਗੀ ਕਰਦਾ, ਉਹਦਾ ਕਾਫੀ ਦੇਰ ਪਰਦਾ ਢੱਕੀ ਰੱਖਦਾ ਹੈ, ਪਰ ਉਹਨੂੰ ਮਾਨਸਿਕ ਤੌਰ 'ਤੇ ਜਿਹੜਾ ਟਾਰਚਰ ਕਰਦਾ ਰਹਿੰਦਾ ਪਰਮਾਤਮਾ ਵੀ ਤੂੰ ਇਹ ਕੰਮ ਛੱਡ ਦੇ, ਜਿਹੜਾ ਤੂੰ ਲੋਕਾਂ ਤੋਂ ਲੁਕੋ ਕੇ ਗਲਤ ਕੰਮ ਕਰ ਰਿਹਾ ਇਹ ਤੂੰ ਛੱਡ ਦੇ। ਜੇ ਤੇ ਉਹ ਕੁਝ ਸਮੇਂ ਬਾਅਦ ਛੱਡ ਦੇਵੇ ਫਿਰ ਤਾਂ ਪਰਦਾ ਢਕਿਆ ਰਹਿੰਦਾ, ਨਹੀਂ ਤਾਂ ਫਿਰ ਪਰਮਾਤਮਾ ਪਰਦੇ ਚੱਕ ਦਿੰਦਾ। ਅਤੇ ਜਦੋਂ ਪਰਮਾਤਮਾ ਪਰਦੇ ਚੱਕਦੇ ਚਲੋ ਸਿੱਧੇ ਹੀ ਜੇਲ੍ਹ 'ਚ ਜਾਓ। ਨਾ ਜਿੰਨਾ ਚਿਰ ਉਹਨੇ ਢੱਕੀ ਰੱਖੇ ਜੋ ਚੱਕ ਤੇ ਚਲੋ ਸੰਸਾਰ ਨੂੰ ਪਤਾ ਲੱਗ ਗਿਆ। ਇਸ ਲਈ ਨਾਨਕ ਦੋਹੀਂ ਸਿਰੀ ਖਸਮ ਆਪੇ ਵਰਤੈ। ਦੋਹੀਂ ਹਾਹਨ ਵਿਆਰੀ ਬਿੰਦੀ ਸਿਰੀ ਸਿਰਿਆਂ 'ਤੇ, ਦੋਨਾਂ ਸਿਰਿਆਂ 'ਤੇ ਪਰਮਾਤਮਾ ਵਰਤਦਾ ਹੈ। ਚੰਗਿਆਂ 'ਚ ਵੀ ਮੰਦਿਆਂ 'ਚ ਵੀ, ਖੋਟਿਆਂ 'ਚ ਵੀ ਖਰਿਆਂ 'ਚ ਵੀ ਉਹੀ ਵਰਤ ਰਿਹਾ ਹੈ। ਨਿਤ ਕਰ ਕਰ ਦੇਖੈ ਚਲਤ ਸਵਾਏ। ਆਪਣੇ ਕੌਤਕਾਂ ਨੂੰ ਵੇਖਦਾ ਰਹਿੰਦਾ ਹੈ। ਉਹ ਆਪ ਹੀ ਕੌਤਕ ਕਰਦਾ
ਫਿਰ ਆਪ ਹੀ ਉਹਨਾਂ ਨੂੰ ਵੇਖਦਾ ਰਹਿੰਦਾ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।